ਪੰਜਾਬੀ ਦੇਖ ਰਹੇ ਹੋ ਤੁਸੀਂ। ਹਰ ਅਪਡੇਟ ਅਸੀਂ ਸਾਂਝਾ ਕਰ ਰਹੇ ਹਾਂ। ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਹੋ ਰਹੀ ਮੀਟਿੰਗ ਦੇ ਨਾਲ ਜੁੜਾ ਇੱਕ ਹੋਰ ਅਪਡੇਟ ਸਾਹਮਣੇ ਆ ਰਿਹਾ ਹੈ। ਕੇਂਦਰ ਦੀ ਕਿਸਾਨਾਂ ਦੇ ਨਾਲ ਇੱਕ ਹੋਰ ਦੌਰ ਦੀ ਮੀਟਿੰਗ ਹੋ ਸਕਦੀ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਯਾਨੀ ਕਿ ਇਹ ਗੱਲ ਸਪਸ਼ਟ ਕਰ ਰਹੀ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਅਧੂਰੀ ਹੈ। ਇਹ ਅਧੂਰੀ ਮੀਟਿੰਗ ਇੱਕ ਹੋਰ ਅਪਡੇਟ ਨਾਲ ਜੋੜ ਰਹੀ ਹੈ ਕਿ ਕੇਂਦਰ ਕਿਸਾਨਾਂ ਦੇ ਨਾਲ ਇੱਕ ਹੋਰ ਮੀਟਿੰਗ, ਇੱਕ ਹੋਰ ਦੌਰ ਦੀ ਮੀਟਿੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਕਿਉਂਕਿ ਇਸ ਮੀਟਿੰਗ ਦੇ ਵਿੱਚ 3 ਬਿੱਲ ਰੱਦ ਕਰਨ ਨੂੰ ਲੈ ਕੇ ਜਿਹੜੀ ਮੰਗ ਕਿਸਾਨ ਜਥੇਬੰਦੀਆਂ ਵੱਲੋਂ ਰੱਖੀ ਗਈ ਸੀ, ਇਹ ਮੰਗ ਸਵੀਕਾਰ ਨਹੀਂ ਕੀਤੀ ਗਈ। 2 ਮੰਗਾਂ ਮੰਨੀਆਂ ਗਈਆਂ ਨੇ, ਪਰਾਲੀ ਦੇ ਮੁੱਦੇ ਨੂੰ ਲੈ ਕੇ, ਬਿਜਲੀ ਬਿੱਲ ਨੂੰ ਲੈ ਕੇ ਤੇ ਐਮਐਸਪੀ ਨੂੰ ਲੈ ਕੇ ਲਿਖਤੀ ਭਰੋਸਾ ਦੇਣ ਦੀ ਮੰਗ, ਪਰ ਐਮਐਸਪੀ ਨੂੰ ਕਾਨੂੰਨੀ ਦਾਇਰਾ ਦੇਣ ਦੀ ਮੰਗ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਸੀ। ਪਰ 3 ਬਿੱਲ ਰੱਦ ਕਰਨ ਨੂੰ ਲੈ ਕੇ ਜਿਹੜੀ ਇੱਕੋ ਇੱਕ ਮੰਗ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ, ਇਸ ਤੇ ਕੇਂਦਰ ਸਰਕਾਰ ਹਲੇ ਕੋਈ ਜਵਾਬ ਦਿੰਦੀ ਨਹੀਂ ਨਜ਼ਰ ਆ ਰਹੀ। ਪਰ ਵੱਡਾ ਅਪਡੇਟ ਇਸ ਵੇਲੇ ਦਾ ਇੱਕ ਹੋਰ ਦੌਰ ਦੀ ਮੀਟਿੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਲਦ ਹੋ ਸਕਦੀ ਹੈ ਅਗਲੇ ਦੌਰ ਦੀ ਮੀਟਿੰਗ। ਕਿਸਾਨ ਜਥੇਬੰਦੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਵੱਡਾ ਅਪਡੇਟ ਇਸ ਵੇਲੇ ਦਾ ਕਿਸਾਨ ਜਥੇਬੰਦੀਆਂ ਦੇ ਹਵਾਲੇ ਤੋਂ ਇਹ ਅਪਡੇਟ ਸਾਂਝਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਵੀ ਇੱਕ ਹੋਰ ਮੀਟਿੰਗ ਸੱਦੀ ਜਾ ਸਕਦੀ ਹੈ, ਯਾਨੀ ਕਿ ਇੱਕ ਹੋਰ ਪ੍ਰਸਤਾਵ ਆਏਗਾ। ਇੱਕ ਹੋਰ ਪ੍ਰਸਤਾਵ ਤੇ ਕਿਸਾਨ ਜਥੇਬੰਦੀਆਂ ਮੀਟਿੰਗ ਕਰਨਗੀਆਂ। ਉਸ ਮੀਟਿੰਗ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਕਿਹੜੀ ਤਾਰੀਖ ਤੈਅ ਕੀਤੀ ਜਾਂਦੀ ਹੈ। ਉਸ ਤਾਰੀਖ ਨੂੰ ਤੈਅ ਕੀਤੀ ਗਈ ਉਸ ਤਾਰੀਖ ਵਾਲੇ ਦਿਨ ਕਿਸਾਨ ਜਥੇਬੰਦੀਆਂ ਇੱਕ ਵਾਰ ਫੇਰ ਤੋਂ ਕੇਂਦਰ ਦੇ ਨਾਲ ਮੁਲਾਕਾਤ ਕਰ ਸਕਦੀਆਂ ਨੇ। ਯਾਨੀ ਕਿ ਇੱਕ ਗੱਲ ਸਪਸ਼ਟ ਕਿ ਅੱਜ ਦੀ ਮੀਟਿੰਗ ਅਧੂਰੀ, ਅੱਜ ਦੀ ਮੀਟਿੰਗ ਕੋਈ ਖਾਸ ਸਿੱਟਾ ਲੈ ਕੇ ਸਾਹਮਣੇ ਨਹੀਂ ਆਏਗੀ। ਹਾਲਾਂਕਿ ਇੱਥੇ ਵੀ ਸਪਸ਼ਟ ਕਰ ਦਿੰਦੇ ਕਿ ਮੀਟਿੰਗ ਖਤਮ ਨਹੀਂ ਹੋਈ, ਮੀਟਿੰਗ ਹਲੇ ਚੱਲ ਰਹੀ ਹੈ। ਪਰ ਮੀਟਿੰਗ ਦੇ ਦੌਰਾਨ ਜੋ ਅਪਡੇਟ ਸਾਹਮਣੇ ਆ ਰਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਬੇहद ਲਾਜ਼ਮੀ ਨੇ। ਮੀਟਿੰਗ ਹਲੇ ਚੱਲ ਰਹੀ ਹੈ, 2 ਵਜੇ ਸ਼ੁਰੂ ਹੋਈ ਸੀ ਵਿਗਿਆਨ ਭਵਨ ਦੇ ਵਿੱਚ। ਮੀਟਿੰਗ ਹਲੇ ਖਤਮ ਨਹੀਂ ਹੋਈ ਹੈ, ਪਰ ਬੜੇ ਹੀ ਸਾਰਥਕ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਮਾਹੌਲ ਸੀ ਉਹ ਬਾਕੀ ਮੀਟਿੰਗਸ ਨਾਲੋਂ ਥੋੜਾ ਵੱਖਰਾ ਵੀ ਸੀ, ਥੋੜਾ ਸੋਹਣਾ ਵੀ ਸੀ। ਕਿਉਂਕਿ ਸ਼ੁਰੂਆਤ ਦੇ ਵਿੱਚ ਜਿਹੜੀ ਅਸੀਂ ਪਿਛਲੀ ਮੀਟਿੰਗਸ ਦੇ ਵਿੱਚ ਦੇਖਿਆ ਸੀ, ਤਾਲਮੇਲ ਨਹੀਂ ਬਣਦਾ, ਗੱਲਬਾਤ ਨਹੀਂ ਕੀਤੀ ਜਾਂਦੀ। ਪਰ ਅੱਜ ਚਾਹੇ ਤਸਵੀਰ ਲੰਗਰ ਛਕਣ ਨੂੰ ਲੈ ਕੇ ਹੋਵੇ, ਚਾਹੇ ਗੱਲਬਾਤ ਕਰਨ ਨੂੰ ਲੈ ਕੇ ਹੋਵੇ, ਚਾਹੇ 2 ਮੰਗਾਂ ਮੰਨਣ ਨੂੰ ਲੈ ਕੇ ਹੋਵੇ, ਅੱਜ ਦੀ ਮੀਟਿੰਗ ਪਰ ਫਿਰ ਵੀ ਕੋਈ ਸਿੱਟਾ ਲੈ ਕੇ ਆਉਂਦੀ ਨਜ਼ਰ ਨਹੀਂ ਆ ਰਹੀ। ਇੱਕ ਹੋਰ ਦੌਰ ਦੀ ਮੀਟਿੰਗ ਕਿਸਾਨਾਂ ਦੀ ਹੋ ਸਕਦੀ ਹੈ ਕੇਂਦਰ ਸਰਕਾਰ ਦੇ ਨਾਲ। ਇਸ ਵੇਲੇ ਦਾ ਵੱਡਾ ਅਪਡੇਟ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਮੌਕੇ ਤੇ ਮੇਰੇ ਸਹਿਯੋਗੀ ਰਣਬੀਰ ਸਿੰਘ ਰਾਣਾ ਮੌਜੂਦ ਨੇ। ਉਹਨਾਂ ਨੇ ਇਸ ਬਾਬਤ ਗੱਲਬਾਤ ਕੀਤੀ ਹੈ ਕਿਸਾਨ ਜਥੇਬੰਦੀਆਂ ਦੇ ਨਾਲ। ਉਹ ਕਿਸਾਨ ਆਗੂ ਜਿਹੜੇ ਵਿਗਿਆਨ ਭਵਨ ਦੇ ਬਾਹਰ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਹੋਰ ਦੌਰ ਦੀ ਮੀਟਿੰਗ ਹੋ ਸਕਦੀ ਹੈ ਕਿਸਾਨਾਂ ਦੀ। ਰਣਬੀਰ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਰਣਬੀਰ, ਕੀ ਇਹ ਗੱਲ ਕਹਿਣੀ ਸਹੀ ਹੋਏਗੀ ਕਿ ਅੱਜ ਦੀ ਮੀਟਿੰਗ ਵੀ ਕੋਈ ਸਿੱਟਾ ਲੈ ਕੇ ਨਹੀਂ ਆਏਗੀ? ਦੇਖੋ ਸੁਮਨ, ਮੀਟਿੰਗ ਲਗਾਤਾਰ ਜਾਰੀ ਹੈ ਤਾਂ ਮੀਟਿੰਗ ਦੇ ਵਿੱਚੋਂ ਜਿਹੜਾ ਵਿਚਾਰ ਵਟਾਂਦਰਾ ਹੈ ਉਹ ਵੀ ਜਾਰੀ। ਤੇ ਵੱਡੀ ਗੱਲ ਇਹ ਹੈ ਕਿ ਜਿਸ ਢੰਗ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ, ਕਿਉਂਕਿ ਕੋਈ ਵੀ ਮਸਲਾ ਜਿਹੜਾ ਉਹ ਟੇਬਲ ਟਾਕ ਦੇ ਨਾਲ ਹੀ ਹੱਲ ਹੁੰਦਾ ਹੈ। ਤੇ ਟੇਬਲ ਟਾਕ ਜਿਹੜੀ ਡਾਇਲੌਗ ਹੋਣਾ ਬਹੁਤ ਜ਼ਰੂਰੀ ਹੈ ਤੇ ਡਾਇਲੌਗ ਹੋ ਵੀ ਰਿਹਾ ਹੈ। ਅਗਲੀ ਮੀਟਿੰਗ ਲਈ ਜਿਹੜੀ ਪਹਿਲਾਂ ਵੀ ਸਰਕਾਰਾਂ ਕਹਿੰਦੀਆਂ ਰਹੀਆਂ ਨੇ, ਚਾਹੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਰਹੀਆਂ ਨੇ ਕਿ ਅਸੀਂ ਆਸ਼ਾਵਾਦੀ ਹਾਂ ਤੇ ਸਾਡੇ ਦਰਵਾਜ਼ੇ ਜਿਹੜੇ ਨੇ ਹਮੇਸ਼ਾ ਖੁੱਲੇ ਨੇ ਗੱਲਬਾਤ ਦੇ ਲਈ। ਤੇ ਇਸ ਕਰਕੇ ਅਗਲੀ ਮੀਟਿੰਗ ਵੀ ਹੋ ਸਕਦੀ ਹੈ, ਪਰ ਅੱਜ ਦੀ ਮੀਟਿੰਗ ਹਾਲੇ ਜਾਰੀ ਹੈ। ਤੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀਆਂ 2 ਗੱਲਾਂ ਨੇ ਉਹ ਸਰਕਾਰ ਮੰਗਾਂ ਮੰਨਣ ਲਈ ਤਿਆਰ ਹੈ। ਤੀਜੀ ਜਿਹੜੀ ਮੰਗ ਹੈ, ਕਿਉਂਕਿ 4 ਮੰਗਾਂ ਰੱਖੀਆਂ ਗਈਆਂ ਸਨ, 4 ਮੰਗਾਂ ਦੇ ਵਿੱਚੋਂ 2 ਮੰਗਾਂ ਪੂਰੀ ਤਰ੍ਹਾਂ ਨਾਲ ਮੰਨਣ ਲਈ ਤਿਆਰ ਹੈ ਸਰਕਾਰ, ਤੇ ਇੱਕ ਮੰਗ ਜਿਹੜੀ ਹੈ ਉਸ ਤੇ ਭਰੋਸਾ ਦੇਣ ਲਈ ਤਿਆਰ ਹੈ, ਜਿਹੜੀ ਐਮਐਸਪੀ ਦੀ ਗੱਲ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਅੱਧੀ ਗੱਲ ਜਿਹੜੀ ਆ ਉਹਦੇ ਵਿੱਚ ਹੋ ਚੁੱਕੀ ਹੈ ਕਿ ਸੰਸ਼ੋਧਨ ਜਿਹੜੇ ਨੇ ਪਹਿਲਾਂ 9 ਸੀਗੇ, ਹੁਣ 2-3 ਪੁਆਇੰਟਾਂ ਦੇ ਹੋਰ ਸਰਕਾਰ ਜਿਹੜੀ ਮੰਨਣ ਲਈ ਤਿਆਰ ਹੈ। ਤਾਂ ਸਰਕਾਰ ਜਿਹੜੀ ਅੱਗੇ ਵਧ ਰਹੀ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਨੂੰ ਵੀ ਕਹਿ ਰਹੀ ਹੈ ਕਿ ਅੱਗੇ ਵਧਿਆ ਜਾਵੇ ਤੁਸੀਂ ਵੀ, ਕਿਉਂਕਿ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਹੈ। ਪਰ ਹਾਲੇ ਕਿਉਂਕਿ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਨਹੀਂ ਆ ਰਹੀਆਂ, ਉਹਨਾਂ ਦਾ ਕਹਿਣਾ ਇਹ ਹੈ ਕਿ ਪਹਿਲਾਂ ਤੁਸੀਂ ਰੀਪੀਲ ਕਰੋ, ਜਿਹੜੇ 3 ਕਾਨੂੰਨ ਨੇ, 3 ਖੇਤੀ ਕਾਨੂੰਨ ਉਹ ਰੱਦ ਕਰੋ, ਉਸ ਤੋਂ ਬਾਅਦ ਹੀ ਅਗਲੀ ਗੱਲ ਹੋ ਸਕਦੀ ਹੈ। ਤਾਂ ਇਸ ਤੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾ ਰਿਹਾ। ਇੱਕ ਹੋਰ ਜਿਹੜੀ ਅੰਦਰ ਤੋਂ ਖਬਰ ਇਹ ਵੀ ਆਈ ਹੈ ਕਿ ਅਰਦਾਸ ਵੀ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਨੇ ਸਰਬੱਤ ਦੇ ਭਲੇ ਦੀ ਅੰਦਰ ਹੀ ਦੇ ਵਿੱਚ ਅਰਦਾਸ ਵੀ ਕੀਤੀ ਹੈ। ਇਸ ਤੋਂ ਬਿਨਾਂ ਸੁਖਾਵਾਂ ਮਾਹੌਲ ਜ਼ਰੂਰ ਹੈ। ਜਿਵੇਂ ਕੇਂਦਰੀ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਚਾਹ ਵੀ ਪੀਤੀ ਗਈ, ਇਕੱਠੇ ਖੜ ਕੇ ਗੱਲਬਾਤ ਵੀ ਕੀਤੀ ਗਈ, ਲੰਗਰ ਵੀ ਛਕਿਆ ਗਿਆ। ਤਾਂ ਇੱਕ ਜਿਹੜਾ ਉਸਾਰੂ ਮਾਹੌਲ ਸਿਰਜਣ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਗਈ ਹੈ। ਤੇ ਦੱਸ ਦਈਏ ਕਿ ਹਲਚਲ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਹੈ। ਮੀਟਿੰਗ ਸਮਾਪਤੀ ਦੇ ਵੱਲ ਜਿਹੜੀ ਆ ਉਹ ਲੱਗਦਾ ਹੈ ਕਿ ਜਾ ਰਹੀ ਹੈ। ਸੁਮਨ, ਜਲਦੀ ਹੀ ਕਿਸਾਨ ਆਗੂ ਜਿਹੜੇ ਬਾਹਰ ਆਉਣਗੇ ਤੇ ਅਪਡੇਟ ਜਿਹੜਾ ਉਹ ਦਿੱਤਾ ਜਾਊਗਾ। ਰਣਬੀਰ, ਅੱਜ ਬਹੁਤ ਉਮੀਦਾਂ ਸਨ, ਅੱਜ
ਜਿਹੜੀ ਮੀਟਿੰਗ ਸੀਗੀ ਉਮੀਦ ਕੀਤੀ ਜਾ ਰਹੀ ਕਿ ਸਾਰਥਕ ਚਰਚਾ ਹੋਏਗੀ, ਸਾਰਥਕ ਨਤੀਜੇ ਲੈ ਕੇ ਸਾਹਮਣੇ ਆਏਗੀ, ਪਰ ਕਿਉਂਕਿ ਕਿਸਾਨ ਆਗੂਆਂ ਨੇ ਇਹ ਗੱਲ ਸਾਂਝੀ ਕੀਤੀ ਹੈ ਕਿ ਇੱਕ ਦੋ ਅਪਡੇਟ ਤੁਹਾਨੂੰ ਜਲਦੀ ਦਿੰਦੇ ਆ। ਮੀਟਿੰਗ ਜਿਹੜੀ ਉਹ ਸਮਾਪਤ ਹੋ ਰਹੀ ਹੈ, ਕਿਸਾਨ ਜਥੇਬੰਦੀਆਂ ਬਾਹਰ ਆਉਣ ਵਾਲੀਆਂ ਨੇ, ਤਾਂ ਅਪਡੇਟ ਤੁਹਾਨੂੰ ਇਹੀ ਦੇ ਰਿਹਾ ਕਿ ਮੀਟਿੰਗ ਜਿਹੜੀ ਆ ਉਹ ਸਮਾਪਤ ਹੋ ਚੁੱਕੀ ਹੈ ਤੇ ਕਿਸਾਨ ਜਥੇਬੰਦੀਆਂ ਜਲਦੀ ਬਾਹਰ ਆਉਣ ਵਾਲੀਆਂ ਨੇ ਤੇ ਅਪਡੇਟ ਤੁਹਾਨੂੰ ਦੇਵਾਂਗੇ ਕਿ ਕੀ ਕੁਝ ਕਿਸਾਨ ਜਥੇਬੰਦੀਆਂ ਮੀਡੀਆ ਦੇ ਸਾਹਮਣੇ ਖੁਲਾਸਾ ਕਰਦੀਆਂ ਨੇ। ਜੀ ਬਹੁਤ ਧੰਨਵਾਦ ਰਣਬੀਰ ਦਾ ਇਸ ਵੇਲੇ ਦਾ ਵੱਡਾ ਅਪਡੇਟ। ਮੀਟਿੰਗ ਖਤਮ ਹੋ ਚੁੱਕੀ ਹੈ, ਮੀਟਿੰਗ ਸਮਾਪਤ ਹੋ ਚੁੱਕੀ ਹੈ। ਕੇਂਦਰ ਦੇ ਨਾਲ ਕਿਸਾਨਾਂ ਦੀ ਇਹ 6ਵੇਂ ਗੇੜ ਦੀ ਮੀਟਿੰਗ, ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ 6ਵੇਂ ਗੇੜ ਦੀ ਮੀਟਿੰਗ ਸਮਾਪਤ ਹੋ ਚੁੱਕੀ ਹੈ, ਖਤਮ ਹੋ ਚੁੱਕੀ ਹੈ ਤੇ ਮੀਟਿੰਗ ਦੇ ਆਖਰੀ ਪਲਾਂ ਦੇ ਵਿੱਚ ਇਹ ਅਪਡੇਟ ਸਾਂਝਾ ਕੀਤਾ ਗਿਆ ਸੀ ਕਿ ਇੱਕ ਹੋਰ ਦੌਰ ਦੀ ਮੀਟਿੰਗ ਹੋ ਸਕਦੀ ਹੈ। ਵੱਡਾ ਅਪਡੇਟ ਇਸ ਵੇਲੇ ਦਾ। ਮੇਰੇ ਸਹਿਯੋਗੀ ਮੌਕੇ ਤੇ ਮੌਜੂਦ ਨੇ, ਕੋਸ਼ਿਸ਼ ਹੁਣ ਕਰਨਗੇ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਮੀਟਿੰਗ ਅਟੈਂਡ ਕਰਕੇ ਬਾਹਰ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ। ਮੀਟਿੰਗ ਦਾ ਨਤੀਜਾ ਕੀ ਨਿਕਲਿਆ ਕੁਝ ਹੀ ਪਲਾਂ ਦੇ ਵਿੱਚ ਡੇਲੀ ਪੋਸਟ ਪੰਜਾਬੀ ਤੁਹਾਨੂੰ ਦਿਖਾਏਗਾ, ਕੁਝ ਹੀ ਪਲਾਂ ਦੇ ਵਿੱਚ ਐਕਸਕਲੂਸਿਵਲੀ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਦੇ ਨਾਲ ਕਿ ਮੀਟਿੰਗ ਦੇ ਵਿੱਚ ਸਿੱਟਾ ਕੀ ਨਿਕਲਿਆ। ਵਧੇਰੇ ਅਪਡੇਟਸ ਅਸੀਂ ਜ਼ਰੂਰ ਨਾਲ ਦੇ ਨਾਲ ਸਾਂਝੇ ਕਰਾਂਗੇ। ਹੁਣ ਦਾ ਇਹ ਵੱਡਾ ਅਪਡੇਟ ਹੈ ਕਿ ਇੱਕ ਦੌਰ ਦੀ ਮੀਟਿੰਗ ਹੋਰ ਹੋ ਸਕਦੀ ਹੈ। ਮੀਟਿੰਗ ਸਮਾਪਤ ਹੋ ਚੁੱਕੀ ਹੈ। ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ। ਵਿਗਿਆਨ ਭਵਨ ਦੀਆਂ ਤਸਵੀਰਾਂ। ਮੀਟਿੰਗ ਸਮਾਪਤ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਬਾਹਰ ਆ ਰਹੇ ਨੇ। ਅਰਦਾਸ ਕੀਤੀ ਗਈ ਹੈ ਆਖਰ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸ਼ਾਇਦ ਇਹ ਮੀਟਿੰਗ ਕੰਕਲੂਡ ਹੋਈ ਹੋਣੀ ਹੈ ਤੇ ਹੁਣ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਬਾਹਰ ਆਉਣੇ ਸ਼ੁਰੂ ਹੋ ਗਏ ਨੇ। ਅੱਜ ਦੀ ਇਹ ਮੀਟਿੰਗ ਕੀ ਸਿੱਟਾ ਲੈ ਕੇ ਆਈ ਹੈ, ਅਗਲੀ ਮੀਟਿੰਗ ਦਾ ਜਿਹੜਾ ਅਪਡੇਟ ਹੈ ਉਹ ਪਹਿਲਾਂ ਹੀ ਸਾਂਝਾ ਕਿਉਂ ਕੀਤਾ ਗਿਆ ਕਿ ਕੋਈ ਸਿੱਟਾ ਨਹੀਂ ਨਿਕਲਿਆ। ਇਹ ਮੀਟਿੰਗ ਵੀ ਬਾਕੀ ਮੀਟਿੰਗਸ ਦੇ ਵਾਂਗ ਬੇਸਿੱਟਾ ਰਹੀ ਹੈ। ਇਹਨਾਂ ਸਵਾਲਾਂ ਦੇ ਜਵਾਬ ਬਹੁਤ ਜਲਦ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਮਿਲਣਗੇ। ਮੇਰੇ ਸਹਿਯੋਗੀ ਰਣਬੀਰ ਸਿੰਘ ਰਾਣਾ ਤੁਹਾਨੂੰ ਇਹਨਾਂ तमाम ਸਵਾਲਾਂ ਦੇ ਜਵਾਬ ਕਿਸਾਨ ਜਥੇਬੰਦੀਆਂ ਨਾਲ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਦੇਣਗੇ। ਤਸਵੀਰਾਂ ਵੱਲ ਲੈ ਚਲਦੇ ਹਾਂ। ਵਿਗਿਆਨ ਭਵਨ ਦੀਆਂ ਐਕਸਕਲੂਸਿਵ ਤਸਵੀਰਾਂ। ਮੀਟਿੰਗ ਖਤਮ ਹੋ ਚੁੱਕੀ ਹੈ ਕੇਂਦਰੀ ਮੰਤਰੀਆਂ ਦੇ ਨਾਲ। ਜੋ 2 ਵਜੇ ਤੋਂ ਮੀਟਿੰਗ ਚੱਲ ਰਹੀ ਸੀ, ਇਹ ਮੀਟਿੰਗ ਖਤਮ ਹੋਈ ਹੈ। ਤਕਰੀਬਨ 5 ਘੰਟੇ ਤੋਂ ਵੱਧ ਦਾ ਸਮਾਂ ਇਸ ਮੀਟਿੰਗ ਨੇ ਲਿਆ। 5.25 ਘੰਟੇ ਮੀਟਿੰਗ ਚੱਲੀ ਹੈ। ਕਿਸਾਨ ਜਥੇਬੰਦੀਆਂ ਬਾਹਰ ਆ ਰਹੀਆਂ ਨੇ, ਆਗੂ ਬਾਹਰ ਆ ਰਹੇ ਨੇ। ਉਹਨਾਂ ਵੱਲੋਂ ਜਾਣਕਾਰੀ ਅਸੀਂ ਹਾਸਲ ਕਰਾਂਗੇ ਕਿ ਕੀ ਗੱਲਬਾਤ ਹੋਈ ਹੈ ਅੰਦਰ। 5 ਘੰਟੇ ਕੀ ਗੱਲਬਾਤ ਹੋਈ ਹੈ, ਕਿਹੜੇ ਪੱਖ ਕਿਸਾਨ ਜਥੇਬੰਦੀਆਂ ਨੇ ਰੱਖੇ ਨੇ, ਕਿ ਜੋ 2 ਮੰਗਾਂ ਕੇਂਦਰ ਨੇ ਮੰਨੀਆਂ ਨੇ ਉਸ ਤੋਂ ਬਾਅਦ ਅੰਦੋਲਨ ਤੇ ਕੋਈ ਪ੍ਰਭਾਵ ਪਵੇਗਾ। ਅੰਦੋਲਨ ਤੇਜ਼ ਹੁੰਦਾ ਹੈ ਕਿਉਂਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਬਾਰ-ਬਾਰ ਕਹਿੰਦੇ ਨਜ਼ਰ ਆਏ ਨੇ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਅੰਦੋਲਨ ਖਤਮ ਕੀਤਾ ਜਾਏ। ਤਾਂ ਇਸ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀ ਜਵਾਬ ਦਿੱਤਾ ਹੈ। ਇਹਨਾਂ तमाम ਸਵਾਲਾਂ ਦੇ ਜਵਾਬ ਦੀ ਉਡੀਕ ਦੇ ਵਿੱਚ ਅਸੀਂ ਤੇ ਤੁਸੀਂ ਵੀ ਇਸ ਉਡੀਕ ਦੇ ਵਿੱਚੋਂ ਅਸੀਂ ਜਾਣਦੇ ਹਾਂ। ਇਸੇ ਕਰਕੇ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਤੱਕ ਇਹ ਅਪਡੇਟ ਪਹੁੰਚਾਵਾਂਗੇ। ਮੀਟਿੰਗ ਤੋਂ ਬਾਅਦ ਦਾ ਅਪਡੇਟ, ਮੀਟਿੰਗ ਤੋਂ ਬਾਅਦ ਦੀਆਂ ਵਿਗਿਆਨ ਭਵਨ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ। ਵਿਗਿਆਨ ਭਵਨ ਦੇ ਬਾਹਰ ਕਿਸਾਨ ਜਥੇਬੰਦੀਆਂ ਦੇ ਆਗੂ ਆਉਣੇ ਸ਼ੁਰੂ ਹੋ ਚੁੱਕੇ ਨੇ। ਉਹਨਾਂ ਵੱਲੋਂ ਅੰਦਰ ਜਿਹੜੀ ਮੀਟਿੰਗ ਦੇ ਦੌਰਾਨ ਗੱਲਬਾਤ ਹੋਈ ਹੈ ਉਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਏਗੀ। ਅਸੀਂ ਉਹ ਤੁਹਾਨੂੰ ਦਿਖਾਵਾਂਗੇ। ਤਸਵੀਰਾਂ ਵੱਲ ਲੈ ਚਲਦੇ ਹਾਂ। ਵਿਗਿਆਨ ਭਵਨ ਦੀਆਂ ਐਕਸਕਲੂਸਿਵ ਤਸਵੀਰਾਂ। ਮੀਟਿੰਗ ਖਤਮ ਹੋ ਚੁੱਕੀ ਹੈ ਪਰ ਇਸ ਮੀਟਿੰਗ ਦੇ ਵਿੱਚ ਸਾਰਥਕ ਚਰਚਾ, ਸਾਰਥਕ ਨਤੀਜੇ ਦੀ ਉਮੀਦ ਕੀਤੀ ਜਾ ਰਹੀ ਸੀ ਜੋ ਫਿਲਹਾਲ ਦੀ ਕੜੀ ਤਾਂ ਨਜ਼ਰ ਨਹੀਂ ਆ ਰਿਹਾ। ਪਰ ਇਹ ਸੱਚ ਹੈ ਜਾਂ ਨਹੀਂ ਕਿ ਸਾਰਥਕ ਨਤੀਜੇ ਆਏ ਨੇ, ਆਉਣਗੇ। ਅਗਲੇ ਦੌਰ ਦੀ ਮੀਟਿੰਗ ਦੇ ਵਿੱਚ ਕੀ ਡਿਸਕਸ਼ਨਸ ਹੋਣੀਆਂ ਨੇ ਕਿ ਇਸ ਦੌਰ ਦੀ ਮੀਟਿੰਗ ਇੱਕ ਚੰਗੇ ਨੋਟ ਤੇ ਖਤਮ ਹੋਈ ਹੈ, ਇਹ ਜਾਣਨਾ ਹਲੇ ਬਾਕੀ ਹੈ। ਤਾਂ ਤਸਵੀਰਾਂ ਵਿਗਿਆਨ ਭਵਨ ਦੀਆਂ, ਤਾਜ਼ਾ ਤਸਵੀਰਾਂ ਦਾ ਰੁਖ ਕਰ ਲੈਂਦੇ ਹਾਂ। ਵਿਗਿਆਨ ਭਵਨ ਦੀਆਂ ਕੁਝ ਹੀ ਪਲਾਂ ਦੇ ਵਿੱਚ ਗੱਲਬਾਤ ਤੁਹਾਨੂੰ ਦਿਖਾਵਾਂਗੇ। ਮੇਰੇ ਸਹਿਯੋਗੀ ਰਣਬੀਰ ਸਿੰਘ ਰਾਣਾ ਦੀ ਐਕਸਕਲੂਸਿਵ ਗੱਲਬਾਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੀਟਿੰਗ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ। 4 ਜਨਵਰੀ ਨੂੰ ਅਗਲੀ ਮੀਟਿੰਗ ਦਾ ਅਪਡੇਟ ਸਾਂਝਾ ਕੀਤਾ ਜਾ ਰਿਹਾ ਹੈ, ਯਾਨੀ ਕਿ ਅਗਲੇ ਦੌਰ ਦੀ ਮੀਟਿੰਗ ਤੈਅ ਹੋ ਗਈ ਹੈ। ਅਗਲੇ ਦੌਰ ਦੀ ਮੀਟਿੰਗ ਦੀ ਤਾਰੀਖ ਤੈਅ ਹੋ ਚੁੱਕੀ ਹੈ। 4 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਦੇ ਨਾਲ ਇੱਕ ਹੋਰ ਮੀਟਿੰਗ। 6ਵੇਂ ਗੇੜ ਦੀ ਮੀਟਿੰਗ ਖਤਮ। 7ਵੇਂ ਗੇੜ ਦੀ ਮੀਟਿੰਗ ਦਾ ਐਲਾਨ 6ਵੇਂ ਗੇੜ ਦੀ ਮੀਟਿੰਗ ਖਤਮ ਹੁੰਦੇ ਹੀ ਕਰ ਦਿੱਤਾ ਗਿਆ। 4 ਜਨਵਰੀ ਨੂੰ ਅਗਲੀ ਮੀਟਿੰਗ ਦਾ ਐਲਾਨ ਕਰ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ। ਕੇਂਦਰ ਦੇ ਨਾਲ ਇੱਕ ਮਿਊਚੁਅਲ ਕੰਸੈਂਟ ਦੇ ਨਾਲ ਇਹ ਫੈਸਲਾ ਲਿਆ ਗਿਆ ਹੋਣਾ ਹੈ ਕਿ ਅਗਲੇ ਦੌਰ ਦੀ ਜਿਹੜੀ ਮੀਟਿੰਗ ਹੈ ਉਹ ਕਦੋਂ ਹੈ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 4 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਇੱਕ ਹੋਰ ਮੀਟਿੰਗ ਤੈਅ ਹੋ ਚੁੱਕੀ ਹੈ। 4 ਜਨਵਰੀ ਨੂੰ ਇੱਕ ਹੋਰ ਮੀਟਿੰਗ ਕਿਸਾਨ ਜਥੇਬੰਦੀਆਂ ਦੀ
ਕੇਂਦਰੀ ਮੰਤਰੀਆਂ ਦੇ ਨਾਲ, ਯਾਨੀ ਕਿ ਹੁਣ ਇਹ ਸਪਸ਼ਟ ਹੋ ਚੁੱਕਾ ਹੈ ਕਿ ਮੀਟਿੰਗ ਅੱਜ ਦੀ ਅਧੂਰੀ ਰਹੀ ਹੈ। ਅੱਜ ਦੀ ਮੀਟਿੰਗ ਸਾਰਥਕ ਸਿੱਟੇ ਲੈ ਕੇ ਸਾਹਮਣੇ ਨਹੀਂ ਆਈ। ਅੱਜ ਲੱਖਾਂ ਅੱਖਾਂ ਉਡੀਕ ਕਰ ਰਹੀਆਂ ਸਨ, ਲੱਖਾਂ ਲੋਕ ਉਡੀਕ ਕਰ ਰਹੀਆਂ ਸਨ ਇਸ ਮੀਟਿੰਗ ਦੇ ਫੈਸਲੇ ਦੀ ਉਡੀਕ ਕਰ ਰਹੀਆਂ ਸਨ ਕਿ ਕੀ ਕੰਕਲੂਜਨ ਨਿਕਲਦਾ ਇਸ ਮੀਟਿੰਗ ਤੋਂ ਬਾਅਦ। ਪਰ ਅਧੂਰੀ ਰਹੀ ਹੈ ਅੱਜ ਦੀ ਮੀਟਿੰਗ ਤੇ ਇੱਕ ਹੋਰ ਮੀਟਿੰਗ, ਇੱਕ ਹੋਰ ਦੌਰ ਦੀ ਮੀਟਿੰਗ 4 ਜਨਵਰੀ ਨੂੰ ਹੋਣ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਅਪਡੇਟ, ਅਹਿਮ ਅਪਡੇਟ ਸਾਡੇ ਨਾਲ ਸਾਂਝਾ ਕੀਤਾ ਹੈ। ਡੇਲੀ ਪੋਸਟ ਪੰਜਾਬੀ ਤੇ ਐਕਸਕਲੂਸਿਵ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ। ਕਿਸਾਨ ਜਥੇਬੰਦੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ 4 ਜਨਵਰੀ ਅਗਲਾ ਸਾਲ 2021 4 ਜਨਵਰੀ ਨੂੰ ਇਹ ਨਵੀਂ ਮੀਟਿੰਗ ਹੋਣੀ, ਇੱਕ ਹੋਰ ਦੌਰ ਦੀ ਮੀਟਿੰਗ ਹੋਣੀ ਹੈ। ਵੱਡਾ ਅਪਡੇਟ ਇਸ ਵੇਲੇ ਦਾ ਤੁਹਾਨੂੰ ਦਿਖਾ ਰਹੇ ਹਾਂ। ਅਗਲੇ ਦੌਰ ਦੀ ਮੀਟਿੰਗ ਨਵਾਂ ਸਾਲ ਚੜ੍ਹਦਿਆਂ ਹੀ ਸਾਲ 2021 4 ਜਨਵਰੀ ਨੂੰ ਕਿਸਾਨਾਂ ਦੀ ਮੀਟਿੰਗ ਕੇਂਦਰੀ ਗ੍ਰਹਿ ਮੰਤਰੀਆਂ ਦੇ ਨਾਲ ਜਾਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ, ਕੇਂਦਰੀ ਰਾਜ ਮੰਤਰੀ ਦੇ ਨਾਲ। ਇਹ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜੇ-ਕਿਹੜੇ ਮੰਤਰੀ ਉਸ ਮੀਟਿੰਗ ਦੇ ਵਿੱਚ ਹੋਣਗੇ। ਹੁਣ ਰੁਕ ਕਰ ਲੈਣੇ ਆ ਰਣਬੀਰ ਸਿੰਘ ਰਾਣਾ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ, ਉਹ ਗੱਲਬਾਤ ਤੁਹਾਨੂੰ ਹੁਣ ਸੁਣਾਵਾਂਗੇ ਐਕਸਕਲੂਸਿਵਲੀ ਡੇਲੀ ਪੋਸਟ ਪੰਜਾਬੀ ਤੇ। ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਕਰ ਰਹੇ ਨੇ ਤਾਂ ਜਿਹੜੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਹੋਈ ਹੈ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਮੰਗਾਂ ਵੀ ਜ਼ਰੂਰੀ ਨੇ, ਪਰ ਉਸ ਤੋਂ ਪਹਿਲਾਂ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਸ ਦੇ ਲਈ ਅਸੀਂ ਇੱਥੇ ਪਹੁੰਚੇ ਹਾਂ, ਜਿਸ ਦੇ ਲਈ ਇਹ ਪ੍ਰੋਟੈਸਟ ਹੋ ਰਿਹਾ ਹੈ। ਤਾਂ ਲੱਖਾਂ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਨੇ, ਪਰ ਸਰਕਾਰ ਹਾਲੇ ਖੇਤੀ ਕਾਨੂੰਨ ਰੱਦ ਕਰਨ ਵੱਲ ਨਹੀਂ ਜਾ ਰਹੀ। ਤਾਂ ਦੇਖਣਾ ਹੋਏਗਾ ਕਿ ਮੀਟਿੰਗ ਜਦੋਂ ਸਮਾਪਤ ਹੁੰਦੀ ਹੈ ਕਿ ਕੀ ਕੁਝ ਉਸ ਦੇ ਵਿੱਚੋਂ ਨਿਕਲਦਾ ਹੈ। ਪਰ ਲਗਾਤਾਰ ਤੁਹਾਨੂੰ ਅਪਡੇਟ ਇਸ ਤਰ੍ਹਾਂ ਤੋਂ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਦਾ ਐਕਟ ਲਿਆਂਦਾ ਜਾ ਰਿਹਾ ਸੀ, ਉਸ ਨੂੰ ਜ਼ਰੂਰ ਕਿਹਾ ਜਾ ਰਿਹਾ ਕਿ ਨਹੀਂ ਲਿਆਂਦਾ ਜਾਊਗਾ। ਇਸ ਤੋਂ ਬਿਨਾਂ ਜਿਹੜਾ ਪਰਾਲੀ ਸਾੜਨ ਵਾਲੇ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਕਿਹਾ ਇਹ ਜਾ ਰਿਹਾ ਹੈ ਕਿ ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਕਿ ਜੇ ਪਰਾਲੀ ਸਾੜੇ ਤੇ ਹੋਵੇਗੀ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਇਹ ਦੋ ਗੱਲਾਂ ਜਿਹੜੀਆਂ ਸਰਕਾਰ ਮੰਨਣ ਲਈ ਤਿਆਰ ਹੋ ਗਈ ਹੈ, ਦੋ ਮੰਗਾਂ ਸਰਕਾਰ ਕਿਸਾਨਾਂ ਦੀਆਂ ਮੰਨਣ ਲਈ ਤਿਆਰ ਹੋ ਗਈ ਹੈ। ਪਰ ਜਿਹੜਾ 4 ਸੂਤਰੀ ਪ੍ਰੋਗਰਾਮ ਭੇਜਿਆ ਗਿਆ ਸੀ, ਜਿਸ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣਾ ਪਹਿਲੀ ਮੰਗ ਸੀਗੀ, ਦੂਜੀ ਮੰਗ ਜਿਹੜੀ ਸੀਗੀ ਉਹ ਇਹੀ ਸੀਗੀ ਕਿ ਜਿਹੜਾ ਇਹ ਬਿਜਲੀ ਦਾ ਐਕਟ ਹੈ ਇਹ ਵਾਪਸ ਕੀਤਾ ਜਾਵੇ, ਅਤੇ ਤੀਜੀ ਮੰਗ ਸੀਗੀ ਕਿ ਕਿਸਾਨਾਂ ਨੂੰ ਜਿਹੜਾ ਪਰਾਲੀ ਸਾੜੇ ਤੋਂ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਉਸ ਤੋਂ ਬਾਹਰ ਕੀਤਾ ਜਾਵੇ। ਇੱਕ ਚੌਥੀ ਮੰਗ ਸੀਗੀ ਕਿ ਜਿਹੜੀ ਕਾਨੂੰਨ ਹੈ ਐਮਐਸਪੀ ਦਾ ਉਹ ਬਣਾਇਆ ਜਾਵੇ ਕਿ ਐਮਐਸਪੀ ਜਿੰਨੀਆਂ 23 ਜਿਣਸਾਂ ਤੇ ਮਿਲਦੀ ਹੈ ਤਾਂ ਸਾਰੀਆਂ ਜਿਣਸਾਂ ਤੇ ਮਿਲੇ। ਪਰ ਇਸ ਵੇਲੇ ਦਾ ਵੱਡਾ ਅਪਡੇਟ ਇਹੀ ਹੈ ਕਿ 4 ਦੇ ਵਿੱਚੋਂ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ ਸਰਕਾਰ, ਪਰ ਐਮਐਸਪੀ ਦਾ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਹੋ ਰਹੀ। ਲਿਖਤੀ ਭਰੋਸਾ ਦੇ ਰਹੀ ਹੈ ਜਾਂ ਖੇਤੀ ਕਾਨੂੰਨ ਰੱਦ ਵੀ ਨਹੀਂ ਕਰ ਰਹੀ, ਸਿਰਫ ਉਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਲਗਾਤਾਰ ਮੀਟਿੰਗ ਜਿਹੜੀ ਆ ਉਹ ਵਿਗਿਆਨ ਭਵਨ ਦੇ ਵਿੱਚ ਜਾਰੀ ਹੈ। ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਦੀਆਂ ਦਿਖਾ ਰਹੇ ਹਾਂ ਕਿ 2 ਵਜੇ ਇਹ ਮੀਟਿੰਗ ਸ਼ੁਰੂ ਹੋਈ ਤਾਂ ਲਗਾਤਾਰ ਮੀਟਿੰਗ ਜਿਹੜੀ ਹੈ ਉਹ ਕਰੀਬ 4 ਘੰਟੇ ਤੋਂ ਵੀ 4.5 ਘੰਟੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ। ਵਿਗਿਆਨ ਭਵਨ ਦੇ ਵਿੱਚ ਮੀਟਿੰਗ ਲਗਾਤਾਰ ਜਾਰੀ ਹੈ ਤੇ ਇੰਤਜ਼ਾਰ ਜਿਹੜਾ ਇਸੇ ਗੱਲ ਦਾ ਕੀਤਾ ਜਾ ਰਿਹਾ ਕਿ ਕਦੋਂ ਕਿਸਾਨ ਜਥੇਬੰਦੀਆਂ ਬਾਹਰ ਆਉਂਦੀਆਂ ਨੇ ਤੇ ਕਦੋਂ ਜਿਹੜਾ ਵੱਡਾ ਅਪਡੇਟ ਹੈ ਉਹ ਦੱਸਦੀਆਂ ਨੇ। ਪਰ ਹੁਣ ਤੱਕ ਜੋ ਸੂਤਰਾਂ ਦੇ ਮੁਤਾਬਕ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਕਿਸਾਨਾਂ ਦੀਆਂ ਤਿਆਰ ਹੋ ਗਈ ਹੈ। ਐਮਐਸਪੀ ਦਾ ਜਿਹੜਾ ਲਿਖਤੀ ਤੌਰ ਤੇ ਭਰੋਸਾ ਉਹ ਦੇਣ ਲਈ ਤਿਆਰ ਹੋ ਗਈ ਹੈ, ਪਰ ਹਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਹਾਲਾਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਜ਼ਰੂਰ ਆਇਆ ਸੀਗਾ ਕਿ ਜਿਸ ਢੰਗ ਦੇ ਨਾਲ ਇਸ ਸਾਲ ਦੇ ਵਿੱਚ ਇਸ ਮਸਲੇ ਦਾ ਹੱਲ ਕਰ ਲਿਆ ਜਾਊਗਾ। ਸੋ ਲਗਾਤਾਰ ਜਿਹੜੀ ਸਰਕਾਰ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇੱਕ ਵਾਰ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਤੋਂ ਦਿਖਾਉਂਦੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ। ਠੰਡ ਦੇ ਬਾਵਜੂਦ ਜਿਹੜਾ ਮੀਡੀਆ ਹੈ ਉਹ ਇੱਥੇ ਮੌਜੂਦ ਹੈ, ਸਿਕਿਉਰਿਟੀ ਫੋਰਸਿਸ ਉਹ ਇੱਥੇ ਮੌਜੂਦ ਨੇ। ਲਗਾਤਾਰ ਅਪਡੇਟ ਜਿਹੜਾ ਇਸ ਥਾਂ ਤੋਂ ਪਹੁੰਚਾਇਆ ਜਾ ਰਿਹਾ ਹੈ ਦੇਸ਼ ਦੁਨੀਆ ਤੱਕ, ਕਿਉਂਕਿ ਸਭ ਦੀਆਂ ਨਜ਼ਰਾਂ ਇਸ ਅੱਜ ਦੇ ਦਿਨ ਤੇ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲੂਗਾ। ਕਿਉਂਕਿ 8 ਦਸੰਬਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਇਹ ਮੀਟਿੰਗ ਜਿਹੜੀ ਹੈ ਦੁਬਾਰਾ ਤੋਂ ਹੋ ਰਹੀ ਹੈ ਤੇ ਦੁਬਾਰਾ ਤੋਂ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚੋਂ ਕੀ ਕੁਝ ਨਿਕਲੇਗਾ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇੰਤਜ਼ਾਰ ਇਹੀ ਕੀਤਾ ਜਾ ਰਿਹਾ ਹੈ ਕਿ ਕਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਆਉਣ ਤੇ ਕਦੋਂ ਇਹ ਵੱਡਾ ਅਪਡੇਟ ਮਿਲੇ ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਪਰ ਹਾਲੇ ਤੱਕ ਜਿਹੜੀ ਅੰਦਰੋਂ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਸਿਰਫ 2 ਮੰਗਾਂ ਮੰਨਣ ਲਈ ਸਰਕਾਰ ਤਿਆਰ ਜ਼ਰੂਰ ਹੋ ਚੁੱਕੀ ਹੈ ਕਿ 2 ਮੰਗਾਂ ਸਰਕਾਰ ਮੰਨ ਰਹੀ ਹੈ, ਜਿਸ ਦੇ ਵਿੱਚ ਬਿਜਲੀ ਦਾ ਕਾਨੂੰਨ ਵਾਪਸ ਲੈਣ ਦੀ ਗੱਲ ਹੈ ਜਾਂ ਦੂਸਰੀ ਗੱਲ ਜਿਹੜੀ ਹੈ ਪਰਾਲੀ ਵਾਲੇ ਮਸਲੇ ਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਵਾਲੇ ਕਾਨੂੰਨ ਦੇ ਵਿੱਚੋਂ ਬਾਹਰ ਰੱਖਿਆ ਜਾਊਗਾ। ਕਿ ਪ੍ਰਦੂਸ਼ਣ ਦੀ ਗੱਲ ਜਿਹੜੀ ਹੁੰਦੀ ਹੈ ਕਿ ਜੇ ਪ੍ਰਦੂਸ਼ਣ ਹੁੰਦਾ ਏ ਪਰਾਲੀ ਸਾੜੇ ਤੋਂ ਤਾਂ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਕੀਤੀ ਗਈ ਸੀਗੀ, ਜਿਸ ਨੂੰ ਵਾਪਸ ਲੈਣ ਲਈ ਸਰਕਾਰ ਤਿਆਰ ਹੋ ਗਈ ਹੈ। ਖੇਤੀ ਕਾਨੂੰਨ ਜਿਹੜੇ ਐਮਐਸਪੀ ਦੇ ਕਾਨੂੰਨ ਨੇ
ਉਹਨਾਂ ਦੇ ਵੱਲ ਨਹੀਂ ਜਾ ਰਹੀ ਸਰਕਾਰ, ਸਿਰਫ ਐਮਐਸਪੀ ਦਾ ਲਿਖਤੀ ਭਰੋਸਾ ਦੇ ਰਹੀ ਹੈ। ਤਾਂ ਇਹ ਵੱਡਾ ਅਪਡੇਟ ਜਿਹੜਾ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਇਆ, ਇਹ 4.5 ਘੰਟੇ ਹੁਣ ਤੱਕ ਮੀਟਿੰਗ ਚੱਲ ਚੁੱਕੀ ਹੈ। ਰੋਟੀ ਅਤੇ ਟੀ ਬ੍ਰੇਕ ਤੋਂ ਬਾਅਦ ਲਗਾਤਾਰ ਮੀਟਿੰਗ ਦੁਬਾਰਾ ਤੋਂ ਸ਼ੁਰੂ ਹੁੰਦੀ ਹੈ। ਤਾਂ ਇਹ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ। ਵਿਗਿਆਨ ਭਵਨ ਦੇ ਬਾਹਰ ਅਸੀਂ ਮੌਜੂਦ ਹਾਂ, ਤਸਵੀਰਾਂ ਤੁਹਾਨੂੰ ਕੈਮਰਾਮੈਨ ਦਰਸ਼ਨ ਦਰਸ਼ੀ ਪਹੁੰਚਾ ਰਹੇ ਨੇ ਕਿ ਕਿਵੇਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਲਗਾਤਾਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ, ਸੋਮ ਪ੍ਰਕਾਸ਼ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ। ਤਾਂ ਇਸ ਵੇਲੇ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੰਦਰ ਤੋਂ ਜਿਹੜੀ ਖਬਰ ਇਹ ਆ ਰਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ, ਜਿਸ ਦੇ ਵਿੱਚ ਬਿਜਲੀ ਦਾ ਐਕਟ ਵਾਪਸ ਲੈਣ ਦੀ ਗੱਲ ਹੈ, ਜਾਂ ਜਿਹੜਾ ਪਰਾਲੀ ਦਾ 1.5 ਕਰੋੜ ਦਾ ਜੁਰਮਾਨਾ ਜਾਂ 5 ਸਾਲ ਦੀ ਸਜ਼ਾ ਹੋਣ ਦੀ ਗੱਲ ਸੀਗੀ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਕਿ ਇਸ ਤੱਕ ਸਰਕਾਰ ਜਿਹੜੀ ਗੱਲ ਕਹਿ ਰਹੀ ਹੈ ਕਿਸਾਨ ਮੰਨ ਜਾਣਗੇ? सरकार के बहकावे में किसान आने वाला नहीं है। ये चमकीली कोठियों में बैठकर जो फैसले लिए जाते हैं, ये किसान विरोधी कानून, इनको वापस लेना पड़ेगा। और किसान आर पार के मूड में है। अब फ्री होगा गेहूं बो कभी 4 महीने फ्री है, अप्रैल मार्च तक। ਸਰਕਾਰ ਕਹਿ ਰਹੀ ਹੈ 4 ਸੂਤਰੀ ਮੰਗਾਂ ਤੁਸੀਂ ਭੇਜੀਆਂ ਸੀਗੀਆਂ, ਉਸ ਦੇ ਵਿੱਚੋਂ 2 ਅਸੀਂ ਮੰਨਣ ਲਈ ਤਿਆਰ ਹਾਂ, 2 ਪੂਰੀ ਤਰ੍ਹਾਂ ਦੇ ਨਾਲ ਤੇ ਐਮਐਸਪੀ ਦਾ ਲਿਖਤੀ ਭਰੋਸਾ। जो बैरिगेट है ना, पहला 3 काले कानून, पहला उसको तोड़ो। आगे जो भी पराली का है वो है, वो बाद में है कानून। पहला जो कानून ये बनाया, जो पहला मुद्दा है किसानों का, पहले उसको तोड़ो, उसके बाद बात करना। दूसरे पासे शुरू कर रही है कि ਜਿਹੜੇ ਬਾਅਦ ਵਿੱਚ ਵਾਲੇ ਨੇ ਉਹਨਾਂ ਨੂੰ ਪਹਿਲਾਂ ਲੈ ਕੇ ਆ ਰਹੇ। ये मिट्टी गोली चूसने वाला नहीं है किसान। अब की बार इनको ये कानून वापस लेके तभी बैरिकेड टूट कर आगे बढ़ेंगे तो काम चलेगा। नहीं सरकार ये चमकीली कोठी में बैठ कर यहाँ से फैसले ले किसानों के, वो नहीं चलेगा। ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾ ਹੱਲ ਨਹੀਂ ਹੈਗਾ, ਵਿੱਚ ਵਿਚਾਲੇ ਵਾਲਾ ਹੱਲ ਹੈ ਕੋਈ? 2 ਮੰਗਾਂ ਕਹਿੰਦੇ ਮੰਨ ਰਹੀ ਹੈ ਸਰਕਾਰ। ये सरकार पहले भी पॉइंट टू पॉइंट बात करो, ये बात करो, वो बात करो। अब की बार जो हमने, आप नीचे से स्टार्ट कर रहे हो ना, हमने जो 4 मांग रखी है, आप नीचे से स्टार्ट कर रहे हो। हमने ये बोला था आप पहले स्टेज हमारी ये जो 3 कानून बने हैं ये निरस्त करो। जब ये निरस्त कर दो, उसके बाद में दूसरे पॉइंट पे आओ, एमएसपी की गारंटी दो, खरीद की, एमएसपी डिक्लेयर करने की नहीं। तीसरे पे है जो हमने बोला था कि आपने जो ये पराली वाला, पोल्यूशन वाला जो एक्ट पास कर दिया है, उसको रिपील करो। रिपील करो मतलब उसमें संशोधन करो, किसान को उससे बाहर रखा जाए। वो तो मान रही है सरकार। उसमें है क्या? जो जिसके लिए हम दिल्ली आए हैं वो तो 2 चीज है हमारी, 3 काले कानून और एमएसपी। उस पे तो चर्चा हो जाए। ये तो वही बात है कि हमें चाहिए रोटी, वो कह रहे हैं कढ़ाई पनीर ले लो जी, बिस्कुट ले लो जी, पनीर ले, वो ਜਿਹੜੀ ਅਸਲ ਮੰਗ ਹੈ ਉਸ ਤੇ ਨਹੀਂ ਆ ਰਹੇ ਹੈਗੇ। आ जाएंगे, धीरे धीरे आ जाएंगे, टाइम लगेगा इनको। इनका क्या है कि पुराना बहुत रवैया इनका यही चल रहा है, पहले बुलाओ, फिर बहकाओ, फिर फिसलाओ, और फिर इनको डिले करो। क्यों इन्होंने है जो अभी तक इनको पता नहीं है कि देश में, आपको पता होगा जब 1906 में भगत सिंह जी के चाचा जी ने, अजीत सिंह जी ने जब अंग्रेजों के खिलाफ लड़ा था, तब भी 9 महीने चला था और कितनी कुर्बानियां दी थी। अभी आज तक है जो 43-44 हमारे बच्चे हैं जो किसान भाई हैं जो वो शहीद हो चुके हैं। इनको आएगा समझ में, लेकिन जब आएगा जब इनका उजड़ चुका होगा। पहले ऐसे कांग्रेस भी करती थी, अब वो जा चुकी, 0 आ चुकी है। ऐसे इनको समझ में तो आएगा, लेकिन समय इनको ये लग रहा है कि तुम्हारे अनुकूल है। यहाँ पे आईएएस लोग भी बैठी है, कोई बड़े अधिकारी है, इनको गुमराह कर रहे हैं। और इनके विधायक सांसद भी इतने समझदार हैं। कोई कह रहा है 300 आदमी बैठे हैं वहाँ, कोई कह रहा है 500 आदमी बैठे हैं वहाँ। नहीं दे रहा हूँ। तो अब इनके पास आईबी की रिपोर्ट है कि 5 लाख से 6 लाख किसान दिल्ली के बॉर्डर पे हैं। और आने वाले समय में यदि यहाँ बात नहीं बनती तो कल आपको हमने जो आज के लिए जो ट्रैक्टर की है जो यात्रा करानी थी केएमपी पे, वो हम कल कराएंगे। ठीक है ना जी? तो आप धीरे धीरे इनकी समझ में आ जाएगा। इनको तो ये लगता था तुमसे तो कोई बात नहीं कर सकता, किसी को देशद्रोही, किसी को ये क्या पता क्या क्या आरोप लगा देते। लेकिन अब इनको जो इनकी जो पीएचडी हो रखे थे ना, हिंदू मुस्लिम वाली, वो फैल हो चुकी है। इनको अब ये किसानों का मुद्दा है। और जो किसी ने इनको पहले भी बोल रखा है, एक धर्म पे और एक पेट पे कभी बात मत करना। लेकिन अब ये हमारे पेट पे बात कर रहे हैं, तो पेट के साथ साथ है जो हमारी ये जिंदगी और मौत का सवाल है। हमारे 43 शहीद हो चुके हैं, हमें कोई दिक्कत नहीं, हमें मरना भी पड़ेगा, मरेंगे, लेकिन हम इन काले कानूनों को खत्म करवा के जाएंगे जी। ਹਾਲੇ ਵੀ ਸਰਕਾਰ ਜਿਹੜੀ ਆ ਉਹ ਨਹੀਂ ਮੰਨ ਰਹੀ, ਪਰ ਕਿਸਾਨ ਜਥੇਬੰਦੀਆਂ ਦਾ ਸਾਫ਼ ਸਪਸ਼ਟ ਤੁਸੀਂ ਸੁਣ ਲਿਆ ਕਿ ਸਰਕਾਰ ਥੱਲੇ ਸ਼ੁਰੂ ਕਰ ਰਹੀ ਹੈ, ਪਰ ਅਸੀਂ ਉੱਪਰੋਂ
ਸ਼ੁਰੂ ਕਰਵਾਉਣਾ ਚਾਹੁੰਦੇ ਆ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸਭ ਤੋਂ ਪਹਿਲੀ ਮੰਗ ਜਿਹੜੀ ਉਹੀ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਉਹ ਜਿਹੜੇ ਪਰਾਲੀ ਦੇ ਵਿੱਚੋਂ 1 ਕਰੋੜ ਦੇ ਜੁਰਮਾਨੇ ਦੇ ਵਿੱਚੋਂ 5 ਸਾਲ ਦੀ ਸਜ਼ਾ ਦੇ ਵਿੱਚੋਂ ਤੁਸੀਂ ਕੱਢਣਾ ਹੈ, ਉਹ ਬਾਅਦ ਦੀ ਗੱਲ ਹੈ। ਪਹਿਲਾਂ ਕਾਨੂੰਨ ਰੱਦ ਹੋਣਾ ਚਾਹੀਦਾ, ਪਰ ਸਰਕਾਰ ਹਾਲੇ ਇਸ ਤੇ ਨਹੀਂ ਆ ਰਹੀ। ਸੋ ਲਗਾਤਾਰ ਮੀਟਿੰਗ ਵਾਲੀ ਥਾਂ ਤੁਹਾਨੂੰ ਅਪਡੇਟ ਦੇ ਰਹੇ ਹਾਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮੀਟਿੰਗ ਲਗਾਤਾਰ ਜਾਰੀ ਹੈ ਵਿਗਿਆਨ ਭਵਨ ਦੇ ਵਿੱਚ। ਕੇਂਦਰ ਸਰਕਾਰ ਦੇ ਨਾਲ ਮੀਟਿੰਗ 2 ਵਜੇ ਸ਼ੁਰੂ ਹੁੰਦੀ ਹੈ ਤਾਂ 4.5 ਘੰਟੇ ਤੋਂ ਵੀ ਲੰਮਾ ਸਮਾਂ ਹੋ ਚੁੱਕਿਆ ਹੈ। ਮੀਟਿੰਗ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਕਰ ਰਹੇ ਨੇ ਤਾਂ ਜਿਹੜੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਹੋਈ ਹੈ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਮੰਗਾਂ ਵੀ ਜ਼ਰੂਰੀ ਨੇ, ਪਰ ਉਸ ਤੋਂ ਪਹਿਲਾਂ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਸ ਦੇ ਲਈ ਅਸੀਂ ਇੱਥੇ ਪਹੁੰਚੇ ਹਾਂ, ਜਿਸ ਦੇ ਲਈ ਇਹ ਪ੍ਰੋਟੈਸਟ ਹੋ ਰਿਹਾ ਹੈ। ਤਾਂ ਲੱਖਾਂ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਨੇ, ਪਰ ਸਰਕਾਰ ਹਾਲੇ ਖੇਤੀ ਕਾਨੂੰਨ ਰੱਦ ਕਰਨ ਵੱਲ ਨਹੀਂ ਜਾ ਰਹੀ। ਤਾਂ ਦੇਖਣਾ ਹੋਏਗਾ ਕਿ ਮੀਟਿੰਗ ਜਦੋਂ ਸਮਾਪਤ ਹੁੰਦੀ ਹੈ ਕਿ ਕੀ ਕੁਝ ਉਸ ਦੇ ਵਿੱਚੋਂ ਨਿਕਲਦਾ ਹੈ। ਪਰ ਲਗਾਤਾਰ ਤੁਹਾਨੂੰ ਅਪਡੇਟ ਇਸ ਤਰ੍ਹਾਂ ਤੋਂ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਦਾ ਐਕਟ ਲਿਆਂਦਾ ਜਾ ਰਿਹਾ ਸੀ, ਉਸ ਨੂੰ ਜ਼ਰੂਰ ਕਿਹਾ ਜਾ ਰਿਹਾ ਕਿ ਨਹੀਂ ਲਿਆਂਦਾ ਜਾਊਗਾ। ਇਸ ਤੋਂ ਬਿਨਾਂ ਜਿਹੜਾ ਪਰਾਲੀ ਸਾੜਨ ਵਾਲੇ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਕਿਹਾ ਇਹ ਜਾ ਰਿਹਾ ਹੈ ਕਿ ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਕਿ ਜੇ ਪਰਾਲੀ ਸਾੜੇ ਤੇ ਹੋਵੇਗੀ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਇਹ 2 ਗੱਲਾਂ ਜਿਹੜੀਆਂ ਸਰਕਾਰ ਮੰਨਣ ਲਈ ਤਿਆਰ ਹੋ ਗਈ ਹੈ, 2 ਮੰਗਾਂ ਸਰਕਾਰ ਕਿਸਾਨਾਂ ਦੀਆਂ ਮੰਨਣ ਲਈ ਤਿਆਰ ਹੋ ਗਈ ਹੈ। ਪਰ ਜਿਹੜਾ 4 ਸੂਤਰੀ ਪ੍ਰੋਗਰਾਮ ਭੇਜਿਆ ਗਿਆ ਸੀ, ਜਿਸ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣਾ ਪਹਿਲੀ ਮੰਗ ਸੀਗੀ, ਦੂਜੀ ਮੰਗ ਜਿਹੜੀ ਸੀਗੀ ਉਹ ਇਹੀ ਸੀਗੀ ਕਿ ਜਿਹੜਾ ਇਹ ਬਿਜਲੀ ਦਾ ਐਕਟ ਹੈ ਇਹ ਵਾਪਸ ਕੀਤਾ ਜਾਵੇ, ਅਤੇ ਤੀਜੀ ਮੰਗ ਸੀਗੀ ਕਿ ਕਿਸਾਨਾਂ ਨੂੰ ਜਿਹੜਾ ਪਰਾਲੀ ਸਾੜੇ ਤੋਂ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਉਸ ਤੋਂ ਬਾਹਰ ਕੀਤਾ ਜਾਵੇ। ਇੱਕ ਚੌਥੀ ਮੰਗ ਸੀਗੀ ਕਿ ਜਿਹੜੀ ਕਾਨੂੰਨ ਹੈ ਐਮਐਸਪੀ ਦਾ ਉਹ ਬਣਾਇਆ ਜਾਵੇ ਕਿ ਐਮਐਸਪੀ ਜਿੰਨੀਆਂ 23 ਜਣਸਾਂ ਤੇ ਮਿਲਦੀ ਹੈ ਤਾਂ ਸਾਰੀਆਂ ਜਣਸਾਂ ਤੇ ਮਿਲੇ। ਪਰ ਇਸ ਵੇਲੇ ਦਾ ਵੱਡਾ ਅਪਡੇਟ ਇਹੀ ਹੈ ਕਿ 4 ਦੇ ਵਿੱਚੋਂ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ ਸਰਕਾਰ, ਪਰ ਐਮਐਸਪੀ ਦਾ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਹੋ ਰਹੀ। ਲਿਖਤੀ ਭਰੋਸਾ ਦੇ ਰਹੀ ਹੈ ਜਾਂ ਖੇਤੀ ਕਾਨੂੰਨ ਰੱਦ ਵੀ ਨਹੀਂ ਕਰ ਰਹੀ, ਸਿਰਫ ਉਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਲਗਾਤਾਰ ਮੀਟਿੰਗ ਜਿਹੜੀ ਆ ਉਹ ਵਿਗਿਆਨ ਭਵਨ ਦੇ ਵਿੱਚ ਜਾਰੀ ਹੈ। ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਦੀਆਂ ਦਿਖਾ ਰਹੇ ਹਾਂ ਕਿ 2 ਵਜੇ ਇਹ ਮੀਟਿੰਗ ਸ਼ੁਰੂ ਹੋਈ ਤਾਂ ਲਗਾਤਾਰ ਮੀਟਿੰਗ ਜਿਹੜੀ ਹੈ ਉਹ ਕਰੀਬ 4 ਘੰਟੇ ਤੋਂ ਵੀ 4.5 ਘੰਟੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ। ਵਿਗਿਆਨ ਭਵਨ ਦੇ ਵਿੱਚ ਮੀਟਿੰਗ ਲਗਾਤਾਰ ਜਾਰੀ ਹੈ ਤੇ ਇੰਤਜ਼ਾਰ ਜਿਹੜਾ ਇਸੇ ਗੱਲ ਦਾ ਕੀਤਾ ਜਾ ਰਿਹਾ ਕਿ ਕਦੋਂ ਕਿਸਾਨ ਜਥੇਬੰਦੀਆਂ ਬਾਹਰ ਆਉਂਦੀਆਂ ਨੇ ਤੇ ਕਦੋਂ ਜਿਹੜਾ ਵੱਡਾ ਅਪਡੇਟ ਹੈ ਉਹ ਦੱਸਦੀਆਂ ਨੇ। ਪਰ ਹੁਣ ਤੱਕ ਜੋ ਸੂਤਰਾਂ ਦੇ ਮੁਤਾਬਕ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਕਿਸਾਨਾਂ ਦੀਆਂ ਤਿਆਰ ਹੋ ਗਈ ਹੈ। ਐਮਐਸਪੀ ਦਾ ਜਿਹੜਾ ਲਿਖਤੀ ਤੌਰ ਤੇ ਭਰੋਸਾ ਉਹ ਦੇਣ ਲਈ ਤਿਆਰ ਹੋ ਗਈ ਹੈ, ਪਰ ਹਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਹਾਲਾਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਜ਼ਰੂਰ ਆਇਆ ਸੀਗਾ ਕਿ ਜਿਸ ਢੰਗ ਦੇ ਨਾਲ ਇਸ ਸਾਲ ਦੇ ਵਿੱਚ ਇਸ ਮਸਲੇ ਦਾ ਹੱਲ ਕਰ ਲਿਆ ਜਾਊਗਾ। ਸੋ ਲਗਾਤਾਰ ਜਿਹੜੀ ਸਰਕਾਰ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇੱਕ ਵਾਰ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਤੋਂ ਦਿਖਾਉਂਦੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ। ਠੰਡ ਦੇ ਬਾਵਜੂਦ ਜਿਹੜਾ ਮੀਡੀਆ ਹੈ ਉਹ ਇੱਥੇ ਮੌਜੂਦ ਹੈ, ਸਿਕਿਉਰਿਟੀ ਫੋਰਸਿਸ ਉਹ ਇੱਥੇ ਮੌਜੂਦ ਨੇ। ਲਗਾਤਾਰ ਅਪਡੇਟ ਜਿਹੜਾ ਇਸ ਥਾਂ ਤੋਂ ਪਹੁੰਚਾਇਆ ਜਾ ਰਿਹਾ ਹੈ ਦੇਸ਼ ਦੁਨੀਆ ਤੱਕ, ਕਿਉਂਕਿ ਸਭ ਦੀਆਂ ਨਜ਼ਰਾਂ ਇਸ ਅੱਜ ਦੇ ਦਿਨ ਤੇ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲੂਗਾ। ਕਿਉਂਕਿ 8 ਦਸੰਬਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਇਹ ਮੀਟਿੰਗ ਜਿਹੜੀ ਹੈ ਦੁਬਾਰਾ ਤੋਂ ਹੋ ਰਹੀ ਹੈ ਤੇ ਦੁਬਾਰਾ ਤੋਂ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚੋਂ ਕੀ ਕੁਝ ਨਿਕਲੇਗਾ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇੰਤਜ਼ਾਰ ਇਹੀ ਕੀਤਾ ਜਾ ਰਿਹਾ ਹੈ ਕਿ ਕਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਆਉਣ ਤੇ ਕਦੋਂ ਇਹ ਵੱਡਾ ਅਪਡੇਟ ਮਿਲੇ ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਪਰ ਹਾਲੇ ਤੱਕ ਜਿਹੜੀ ਅੰਦਰੋਂ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਸਿਰਫ 2 ਮੰਗਾਂ ਮੰਨਣ ਲਈ ਸਰਕਾਰ ਤਿਆਰ ਜ਼ਰੂਰ ਹੋ ਚੁੱਕੀ ਹੈ ਕਿ 2 ਮੰਗਾਂ ਸਰਕਾਰ ਮੰਨ ਰਹੀ ਹੈ, ਜਿਸ ਦੇ ਵਿੱਚ ਬਿਜਲੀ ਦਾ ਕਾਨੂੰਨ ਵਾਪਸ ਲੈਣ ਦੀ ਗੱਲ ਹੈ ਜਾਂ ਦੂਸਰੀ ਗੱਲ ਜਿਹੜੀ ਹੈ ਪਰਾਲੀ ਵਾਲੇ ਮਸਲੇ ਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਵਾਲੇ ਕਾਨੂੰਨ ਦੇ ਵਿੱਚੋਂ ਬਾਹਰ ਰੱਖਿਆ ਜਾਊਗਾ। ਕਿ ਪ੍ਰਦੂਸ਼ਣ ਦੀ ਗੱਲ ਜਿਹੜੀ ਹੁੰਦੀ ਹੈ ਕਿ ਜੇ ਪ੍ਰਦੂਸ਼ਣ ਹੁੰਦਾ ਏ ਪਰਾਲੀ ਸਾੜੇ ਤੋਂ ਤਾਂ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਕੀਤੀ ਗਈ ਸੀਗੀ, ਜਿਸ ਨੂੰ ਵਾਪਸ ਲੈਣ ਲਈ ਸਰਕਾਰ ਤਿਆਰ ਹੋ ਗਈ ਹੈ। ਖੇਤੀ ਕਾਨੂੰਨ ਜਿਹੜੇ ਐਮਐਸਪੀ ਦੇ ਕਾਨੂੰਨ ਨੇ ਉਹਨਾਂ ਦੇ ਵੱਲ ਨਹੀਂ ਜਾ ਰਹੀ ਸਰਕਾਰ, ਸਿਰਫ ਐਮਐਸਪੀ ਦਾ ਲਿਖਤੀ ਭਰੋਸਾ ਦੇ ਰਹੀ ਹੈ। ਤਾਂ ਇਹ ਵੱਡਾ ਅਪਡੇਟ ਜਿਹੜਾ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਇਆ ਹੈ। 4.5 ਘੰਟੇ ਹੁਣ ਤੱਕ ਮੀਟਿੰਗ ਚੱਲ ਚੁੱਕੀ ਹੈ। ਰੋਟੀ ਅਤੇ ਟੀ ਬ੍ਰੇਕ ਤੋਂ ਬਾਅਦ ਲਗਾਤਾਰ ਮੀਟਿੰਗ ਦੁਬਾਰਾ ਤੋਂ ਸ਼ੁਰੂ ਹੁੰਦੀ ਹੈ ਤਾਂ ਇਹ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ। ਵਿਗਿਆਨ ਭਵਨ ਦੇ ਬਾਹਰ ਅਸੀਂ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਕੈਮਰਾਮੈਨ ਦਰਸ਼ਨ ਦਰਸ਼ੀ ਪਹੁੰਚਾ ਰਹੇ ਨੇ ਕਿ ਕਿਵੇਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਲਗਾਤਾਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ, ਸੋਮ ਪ੍ਰਕਾਸ਼ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ। ਤਾਂ ਇਸ ਵੇਲੇ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੰਦਰ ਤੋਂ ਜਿਹੜੀ ਖਬਰ ਇਹ ਆ ਰਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ, ਜਿਸ ਦੇ ਵਿੱਚ ਬਿਜਲੀ
ਦਾ ਐਕਟ ਵਾਪਸ ਲੈਣ ਦੀ ਗੱਲ ਹੈ ਜਾਂ ਜਿਹੜਾ ਪਰਾਲੀ ਦਾ 1.5 ਕਰੋੜ ਦਾ ਜੁਰਮਾਨਾ ਜਾਂ 5 ਸਾਲ ਦੀ ਸਜ਼ਾ ਹੋਣ ਦੀ ਗੱਲ ਸੀਗੀ ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਕਿ ਇੱਥੇ ਤੱਕ सरकार ਜਿਹੜੀ ਗੱਲ ਕਹਿ ਰਹੀ ਹੈ किसान मान जाएंगे? सरकार के बहकावे में किसान आने वाला नहीं है। ये चमकीली कोठियों में बैठकर जो फैसले लिए जाते हैं, ये किसान विरोधी कानून इनको वापस लेना पड़ेगा। और किसान आर पार के मूड में है। अब फ्री होगा गेहूं वो कभी 4 महीने फ्री है, अप्रैल मार्च तक। सरकार कह रही है 4 सूत्री मंगा ਤੁਸੀਂ ਭੇਜੀਆਂ ਸੀਗੀਆਂ ਉਸ ਦੇ ਵਿੱਚੋਂ 2 ਅਸੀਂ ਮੰਨਣ ਲਈ ਤਿਆਰ ਹਾਂ, 2 ਪੂਰੀ ਤਰ੍ਹਾਂ ਦੇ ਨਾਲ ਤੇ ਐਮਐਸਪੀ ਦਾ ਲਿਖਤੀ ਭਰੋਸਾ। जो बैरिकेड है ना पहला 3 काले कानून, पहला उसको तोड़ो। आगे जो भी पराली का है वो है, वो बाद में है कानून। पहला जो कानून ये बनाया, जो पहला मुद्दा है किसानों का, पहले उसको तोड़ो, उसके बाद बात करना। दूसरे पासे शुरू कर रही है कि ਜਿਹੜੇ ਬਾਅਦ ਵਿੱਚ ਵਾਲੇ ਨੇ ਉਹਨਾਂ ਨੂੰ ਪਹਿਲਾਂ ਲੈ ਕੇ ਆ ਰਹੇ। ये मिठी गोली चूसने वाला नहीं है किसान। अब की बार इनको ये कानून वापस लेके तभी बैरिकेड टूट कर आगे बढ़ेंगे तो काम चलेगा। नहीं सरकार ये चमकीली कोठी में बैठ कर यहाँ से फैसले ले किसानों के, वो नहीं चलेगा। ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾ ਹੱਲ नहीं हैगा। ਵਿੱਚ ਵਿਚਾਲੇ ਵਾਲਾ ਹੱਲ है कोई? 2 ਮੰਗਾ ਕਹਿੰਦੇ ਮੰਨ ਰਹੀ ਹੈ सरकार। ये सरकार पहले भी पॉइंट टू पॉइंट बात करो, ये बात करो, वो बात करो। अब की बार जो हमने, आप नीचे से स्टार्ट कर रहे हो ना, हमने जो 4 मांग रखी आप नीचे से स्टार्ट कर रहे हो। हमने ये बोला था आप पहले स्टेज हमारी ये जो 3 कानून बने हैं ये निरस्त करो। जब ये निरस्त कर दो उसके बाद में दूसरे पॉइंट पे आओ, एमएसपी की गारंटी दो, खरीद की, एमएसपी डिक्लेयर करने की नहीं। तीसरे पे है जो हमने बोला था कि आपने जो ये पराली वाला पोल्यूशन वाला जो एक्ट पास कर दिया है उसको रिपील करो। रिपील करो मतलब उसमें संशोधन करो, किसान को उससे बाहर रखा जाए। वो तो मान रही है सरकार। उसमें है क्या, जो जिसके लिए हम दिल्ली आए हैं वो तो 2 चीज है हमारी, 3 काले कानून और एमएसपी। उस पे तो चर्चा हो जाए। ये तो वही बात है कि हमें चाहिए रोटी, वो कह रहे हैं कढ़ाई पनीर ले लो जी, बिस्कुट ले लो जी, पनीर ले, वो है ਜਿਹੜੀ ਅਸਲ ਮੰਗ ਹੈ ਉਸ ਤੇ नहीं आ रहे हैगे। आ जाएंगे, धीरे धीरे आ जाएंगे, टाइम लगेगा इनको। इनका क्या है कि पुराना बहुत रवैया इनका यही चल रहा है, पहले बुलाओ फिर बहकाओ फिर फिसलाओ और फिर इनको डिले करो। क्यों इन्होंने है जो अभी तक इनको पता नहीं है कि देश में, आपको पता होगा जब 1906 में भगत सिंह जी के चाचा जी ने, अजीत सिंह जी ने जब अंग्रेजों के खिलाफ लड़ा था तब भी 9 महीने चला था और कितनी कुर्बानियां दी थी। अभी आज तक है जो 43-44 हमारे बच्चे हैं जो किसान भाई हैं जो वो शहीद हो चुके हैं। इनको आएगा समझ में, लेकिन जब आएगा जब इनका उजड़ चुका होगा। पहले ऐसे कांग्रेस भी करती थी, अब वो जा चुकी, 0 आ चुकी है। ऐसे इनको समझ में तो आएगा, लेकिन समय इनको ये लग रहा है कि तुम्हारे अनुकूल है। यहाँ पे आईएएस लोग भी बैठी है, कोई बड़े अधिकारी है, इनको गुमराह कर रहे हैं। और इनके विधायक सांसद भी इतने समझदार हैं। कोई कह रहा है 300 आदमी बैठे हैं वहाँ, कोई कह रहा है 500 आदमी बैठे हैं वहाँ। नहीं दे रहा हूँ। तो अब इनके पास आईबी की रिपोर्ट है कि 5 लाख से 6 लाख किसान दिल्ली के बॉर्डर पे हैं। और आने वाले समय में यदि आज बात नहीं बनती तो कल आपको, हमने जो आज के लिए जो ट्रैक्टर की है जो यात्रा करानी थी केएमपी पे, वो हम कल कराएंगे। ठीक है ना जी। तो आप धीरे धीरे इनकी समझ में आ जाएगा। इनको तो ये लगता था तुमसे तो कोई बात नहीं कर सकता, किसी को देशद्रोही, किसी को ये क्या पता क्या क्या आरोप लगा देते। लेकिन अब इनको जो इनकी जो पीएचडी हो रखे थे ना हिंदू मुस्लिम वाली, वो फैल हो चुकी है। इनको अब ये किसानों का मुद्दा है। और जो किसी ने इनको पहले भी बोल रखा है, एक धर्म पे और एक पेट पे कभी बात मत करना। लेकिन अब ये हमारे पेट पे बात कर रहे हैं, तो पेट के साथ साथ है जो हमारी ये जिंदगी और मौत का सवाल है। हमारे 43 शहीद हो चुके हैं, हमें कोई दिक्कत नहीं, हमें मरना भी पड़ेगा, मरेंगे, लेकिन हम इन काले कानूनों को खत्म करवा के जाएंगे जी। ਹਾਲੇ ਵੀ ਸਰਕਾਰ ਜਿਹੜੀ ਆ ਉਹ ਨਹੀਂ ਮੰਨ ਰਹੀ, ਪਰ ਕਿਸਾਨ ਜਥੇਬੰਦੀਆਂ ਦਾ ਸਾਫ਼ ਸਪਸ਼ਟ ਤੁਸੀਂ ਸੁਣ ਲਿਆ ਕਿ ਸਰਕਾਰ ਥੱਲੋਂ ਸ਼ੁਰੂ ਕਰ ਰਹੀ ਹੈ, ਪਰ ਅਸੀਂ ਉੱਪਰੋਂ ਸ਼ੁਰੂ ਕਰਵਾਉਣਾ ਚਾਹੁੰਦੇ ਹਾਂ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸਭ ਤੋਂ ਪਹਿਲੀ ਮੰਗ ਜਿਹੜੀ ਉਹੀ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਉਹ ਜਿਹੜੇ ਪਰਾਲੀ ਦੇ ਵਿੱਚੋਂ 1 ਕਰੋੜ ਦੇ ਜੁਰਮਾਨੇ ਦੇ ਵਿੱਚੋਂ 5 ਸਾਲ ਦੀ ਸਜ਼ਾ ਦੇ ਵਿੱਚੋਂ ਤੁਸੀਂ ਕੱਢਣਾ ਹੈ, ਉਹ ਬਾਅਦ ਦੀ ਗੱਲ ਹੈ। ਪਹਿਲਾਂ ਕਾਨੂੰਨ ਰੱਦ ਹੋਣਾ ਚਾਹੀਦਾ, ਪਰ ਸਰਕਾਰ ਹਾਲੇ ਇਸ ਤੇ ਨਹੀਂ ਆ ਰਹੀ। ਸੋ ਲਗਾਤਾਰ ਮੀਟਿੰਗ ਵਾਲੀ ਥਾਂ ਤੁਹਾਨੂੰ ਅਪਡੇਟ ਦੇ ਰਹੇ ਹਾਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮੀਟਿੰਗ ਲਗਾਤਾਰ ਜਾਰੀ ਹੈ ਵਿਗਿਆਨ ਭਵਨ ਦੇ ਵਿੱਚ। ਕੇਂਦਰ ਸਰਕਾਰ ਦੇ ਨਾਲ ਮੀਟਿੰਗ 2 ਵਜੇ ਸ਼ੁਰੂ ਹੁੰਦੀ ਹੈ ਤਾਂ 4.5 ਘੰਟੇ ਤੋਂ ਵੀ ਲੰਮਾ ਸਮਾਂ ਹੋ ਚੁੱਕਿਆ ਹੈ। ਮੀਟਿੰਗ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਕਰ ਰਹੇ ਨੇ।
ਤਾਂ ਜਿਹੜੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਹੋਈ ਹੈ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਮੰਗਾਂ ਵੀ ਜ਼ਰੂਰੀ ਨੇ, ਪਰ ਉਸ ਤੋਂ ਪਹਿਲਾਂ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਸ ਦੇ ਲਈ ਅਸੀਂ ਇੱਥੇ ਪਹੁੰਚੇ ਹਾਂ, ਜਿਸ ਦੇ ਲਈ ਇਹ ਪ੍ਰੋਟੈਸਟ ਹੋ ਰਿਹਾ ਹੈ। ਤਾਂ ਲੱਖਾਂ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਨੇ, ਪਰ ਸਰਕਾਰ ਹਾਲੇ ਖੇਤੀ ਕਾਨੂੰਨ ਰੱਦ ਕਰਨ ਵੱਲ ਨਹੀਂ ਜਾ ਰਹੀ। ਤਾਂ ਦੇਖਣਾ ਹੋਏਗਾ ਕਿ ਮੀਟਿੰਗ ਜਦੋਂ ਸਮਾਪਤ ਹੁੰਦੀ ਹੈ ਕਿ ਕੀ ਕੁਝ ਉਸ ਦੇ ਵਿੱਚੋਂ ਨਿਕਲਦਾ ਹੈ। ਪਰ ਲਗਾਤਾਰ ਤੁਹਾਨੂੰ ਅਪਡੇਟ ਇਸ ਤਰ੍ਹਾਂ ਤੋਂ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਦਾ ਐਕਟ ਲਿਆਂਦਾ ਜਾ ਰਿਹਾ ਸੀ, ਉਸ ਨੂੰ ਜ਼ਰੂਰ ਕਿਹਾ ਜਾ ਰਿਹਾ ਕਿ ਨਹੀਂ ਲਿਆਂਦਾ ਜਾਊਗਾ। ਇਸ ਤੋਂ ਬਿਨਾਂ ਜਿਹੜਾ ਪਰਾਲੀ ਸਾੜਨ ਵਾਲੇ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਕਿਹਾ ਇਹ ਜਾ ਰਿਹਾ ਹੈ ਕਿ ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਕਿ ਜੇ ਪਰਾਲੀ ਸਾੜੇ ਤੇ ਹੋਵੇਗੀ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਇਹ ਦੋ ਗੱਲਾਂ ਜਿਹੜੀਆਂ ਸਰਕਾਰ ਮੰਨਣ ਲਈ ਤਿਆਰ ਹੋ ਗਈ ਹੈ, ਦੋ ਮੰਗਾਂ ਸਰਕਾਰ ਕਿਸਾਨਾਂ ਦੀਆਂ ਮੰਨਣ ਲਈ ਤਿਆਰ ਹੋ ਗਈ ਹੈ। ਪਰ ਜਿਹੜਾ 4 ਸੂਤਰੀ ਪ੍ਰੋਗਰਾਮ ਭੇਜਿਆ ਗਿਆ ਸੀ, ਜਿਸ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣਾ ਪਹਿਲੀ ਮੰਗ ਸੀਗੀ, ਦੂਜੀ ਮੰਗ ਜਿਹੜੀ ਸੀਗੀ ਉਹ ਇਹੀ ਸੀਗੀ ਕਿ ਜਿਹੜਾ ਇਹ ਬਿਜਲੀ ਦਾ ਐਕਟ ਹੈ ਇਹ ਵਾਪਸ ਕੀਤਾ ਜਾਵੇ, ਅਤੇ ਤੀਜੀ ਮੰਗ ਸੀਗੀ ਕਿ ਕਿਸਾਨਾਂ ਨੂੰ ਜਿਹੜਾ ਪਰਾਲੀ ਸਾੜੇ ਤੋਂ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਉਸ ਤੋਂ ਬਾਹਰ ਕੀਤਾ ਜਾਵੇ। ਇੱਕ ਚੌਥੀ ਮੰਗ ਸੀਗੀ ਕਿ ਜਿਹੜੀ ਕਾਨੂੰਨ ਹੈ MSP ਦਾ ਉਹ ਬਣਾਇਆ ਜਾਵੇ ਕਿ MSP ਜਿੰਨੀਆਂ 23 ਜਿਣਸਾਂ ਤੇ ਮਿਲਦੀ ਹੈ ਤਾਂ ਸਾਰੀਆਂ ਜਿਣਸਾਂ ਤੇ ਮਿਲੇ। ਪਰ ਇਸ ਵੇਲੇ ਦਾ ਵੱਡਾ ਅਪਡੇਟ ਇਹੀ ਹੈ ਕਿ 4 ਦੇ ਵਿੱਚੋਂ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ ਸਰਕਾਰ, ਪਰ MSP ਦਾ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਹੋ ਰਹੀ। ਲਿਖਤੀ ਭਰੋਸਾ ਦੇ ਰਹੀ ਹੈ ਜਾਂ ਖੇਤੀ ਕਾਨੂੰਨ ਰੱਦ ਵੀ ਨਹੀਂ ਕਰ ਰਹੀ, ਸਿਰਫ ਉਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਲਗਾਤਾਰ ਮੀਟਿੰਗ ਜਿਹੜੀ ਆ ਉਹ ਵਿਗਿਆਨ ਭਵਨ ਦੇ ਵਿੱਚ ਜਾਰੀ ਹੈ। ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਦੀਆਂ ਦਿਖਾ ਰਹੇ ਹਾਂ ਕਿ 2 ਵਜੇ ਇਹ ਮੀਟਿੰਗ ਸ਼ੁਰੂ ਹੋਈ ਤਾਂ ਲਗਾਤਾਰ ਮੀਟਿੰਗ ਜਿਹੜੀ ਹੈ ਉਹ ਕਰੀਬ 4 ਘੰਟੇ ਤੋਂ ਵੀ 4.5 ਘੰਟੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ। ਵਿਗਿਆਨ ਭਵਨ ਦੇ ਵਿੱਚ ਮੀਟਿੰਗ ਲਗਾਤਾਰ ਜਾਰੀ ਹੈ ਤੇ ਇੰਤਜ਼ਾਰ ਜਿਹੜਾ ਇਸੇ ਗੱਲ ਦਾ ਕੀਤਾ ਜਾ ਰਿਹਾ ਕਿ ਕਦੋਂ ਕਿਸਾਨ ਜਥੇਬੰਦੀਆਂ ਬਾਹਰ ਆਉਂਦੀਆਂ ਨੇ ਤੇ ਕਦੋਂ ਜਿਹੜਾ ਵੱਡਾ ਅਪਡੇਟ ਹੈ ਉਹ ਦੱਸਦੀਆਂ ਨੇ। ਪਰ ਹੁਣ ਤੱਕ ਜੋ ਸੂਤਰਾਂ ਦੇ ਮੁਤਾਬਕ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਕਿਸਾਨਾਂ ਦੀਆਂ ਤਿਆਰ ਹੋ ਗਈ ਹੈ। MSP ਦਾ ਜਿਹੜਾ ਲਿਖਤੀ ਤੌਰ ਤੇ ਭਰੋਸਾ ਉਹ ਦੇਣ ਲਈ ਤਿਆਰ ਹੋ ਗਈ ਹੈ, ਪਰ ਹਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਹਾਲਾਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਜ਼ਰੂਰ ਆਇਆ ਸੀਗਾ ਕਿ ਜਿਸ ਢੰਗ ਦੇ ਨਾਲ ਇਸ ਸਾਲ ਦੇ ਵਿੱਚ ਇਸ ਮਸਲੇ ਦਾ ਹੱਲ ਕਰ ਲਿਆ ਜਾਊਗਾ। ਸੋ ਲਗਾਤਾਰ ਜਿਹੜੀ ਸਰਕਾਰ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇੱਕ ਵਾਰ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਤੋਂ ਦਿਖਾਉਂਦੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ। ਠੰਡ ਦੇ ਬਾਵਜੂਦ ਜਿਹੜਾ ਮੀਡੀਆ ਹੈ ਉਹ ਇੱਥੇ ਮੌਜੂਦ ਹੈ, ਸਿਕਿਉਰਿਟੀ ਫੋਰਸਿਸ ਉਹ ਇੱਥੇ ਮੌਜੂਦ ਨੇ। ਲਗਾਤਾਰ ਅਪਡੇਟ ਜਿਹੜਾ ਇਸ ਥਾਂ ਤੋਂ ਪਹੁੰਚਾਇਆ ਜਾ ਰਿਹਾ ਹੈ ਦੇਸ਼ ਦੁਨੀਆ ਤੱਕ, ਕਿਉਂਕਿ ਸਭ ਦੀਆਂ ਨਜ਼ਰਾਂ ਇਸ ਅੱਜ ਦੇ ਦਿਨ ਤੇ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲੂਗਾ। ਕਿਉਂਕਿ 8 ਦਸੰਬਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਇਹ ਮੀਟਿੰਗ ਜਿਹੜੀ ਹੈ ਦੁਬਾਰਾ ਤੋਂ ਹੋ ਰਹੀ ਹੈ ਤੇ ਦੁਬਾਰਾ ਤੋਂ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚੋਂ ਕੀ ਕੁਝ ਨਿਕਲੇਗਾ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇੰਤਜ਼ਾਰ ਇਹੀ ਕੀਤਾ ਜਾ ਰਿਹਾ ਹੈ ਕਿ ਕਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਆਉਣ ਤੇ ਕਦੋਂ ਇਹ ਵੱਡਾ ਅਪਡੇਟ ਮਿਲੇ ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਪਰ ਹਾਲੇ ਤੱਕ ਜਿਹੜੀ ਅੰਦਰੋਂ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਸਿਰਫ 2 ਮੰਗਾਂ ਮੰਨਣ ਲਈ ਸਰਕਾਰ ਤਿਆਰ ਜ਼ਰੂਰ ਹੋ ਚੁੱਕੀ ਹੈ ਕਿ 2 ਮੰਗਾਂ ਸਰਕਾਰ ਮੰਨ ਰਹੀ ਹੈ, ਜਿਸ ਦੇ ਵਿੱਚ ਬਿਜਲੀ ਦਾ ਕਾਨੂੰਨ ਵਾਪਸ ਲੈਣ ਦੀ ਗੱਲ ਹੈ ਜਾਂ ਦੂਸਰੀ ਗੱਲ ਜਿਹੜੀ ਹੈ ਪਰਾਲੀ ਵਾਲੇ ਮਸਲੇ ਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਵਾਲੇ ਕਾਨੂੰਨ ਦੇ ਵਿੱਚੋਂ ਬਾਹਰ ਰੱਖਿਆ ਜਾਊਗਾ। ਕਿ ਪ੍ਰਦੂਸ਼ਣ ਦੀ ਗੱਲ ਜਿਹੜੀ ਹੁੰਦੀ ਹੈ ਕਿ ਜੇ ਪ੍ਰਦੂਸ਼ਣ ਹੁੰਦਾ ਏ ਪਰਾਲੀ ਸਾੜੇ ਤੋਂ ਤਾਂ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਕੀਤੀ ਗਈ ਸੀਗੀ, ਜਿਸ ਨੂੰ ਵਾਪਸ ਲੈਣ ਲਈ ਸਰਕਾਰ ਤਿਆਰ ਹੋ ਗਈ ਹੈ। ਖੇਤੀ ਕਾਨੂੰਨ ਜਿਹੜੇ MSP ਦੇ ਕਾਨੂੰਨ ਨੇ ਉਹਨਾਂ ਦੇ ਵੱਲ ਨਹੀਂ ਜਾ ਰਹੀ ਸਰਕਾਰ, ਸਿਰਫ MSP ਦਾ ਲਿਖਤੀ ਭਰੋਸਾ ਦੇ ਰਹੀ ਹੈ। ਤਾਂ ਇਹ ਵੱਡਾ ਅਪਡੇਟ ਜਿਹੜਾ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਇਆ ਹੈ। 4.5 ਘੰਟੇ ਹੁਣ ਤੱਕ ਮੀਟਿੰਗ ਚੱਲ ਚੁੱਕੀ ਹੈ। ਰੋਟੀ ਅਤੇ ਟੀ ਬ੍ਰੇਕ ਤੋਂ ਬਾਅਦ ਲਗਾਤਾਰ ਮੀਟਿੰਗ ਦੁਬਾਰਾ ਤੋਂ ਸ਼ੁਰੂ ਹੁੰਦੀ ਹੈ। ਤਾਂ ਇਹ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ। ਵਿਗਿਆਨ ਭਵਨ ਦੇ ਬਾਹਰ ਅਸੀਂ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਕੈਮਰਾਮੈਨ ਦਰਸ਼ਨ ਦਰਸ਼ੀ ਪਹੁੰਚਾ ਰਹੇ ਨੇ ਕਿ ਕਿਵੇਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਲਗਾਤਾਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ, ਸੋਮ ਪ੍ਰਕਾਸ਼ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ। ਤਾਂ ਇਸ ਵੇਲੇ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੰਦਰ ਤੋਂ ਜਿਹੜੀ ਖਬਰ ਇਹ ਆ ਰਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ, ਜਿਸ ਦੇ ਵਿੱਚ ਬਿਜਲੀ ਦਾ ਐਕਟ ਵਾਪਸ ਲੈਣ ਦੀ ਗੱਲ ਹੈ ਜਾਂ ਜਿਹੜਾ ਪਰਾਲੀ ਦਾ ਸਾੜੇ ਤੋਂ 1 ਕਰੋੜ ਦਾ ਜੁਰਮਾਨਾ ਜਾਂ 5 ਸਾਲ ਦੀ ਸਜ਼ਾ ਹੋਣ ਦੀ ਗੱਲ ਸੀਗੀ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਕਿ ਇਸ ਤੱਕ ਸਰਕਾਰ ਜਿਹੜੀ ਗੱਲ ਕਹਿ ਰਹੀ ਹੈ ਕਿਸਾਨ ਮੰਨ ਜਾਣਗੇ? सरकार के बहकावे में किसान आने वाला नहीं है। ये चमकीली कोठियों में बैठकर जो फैसले लिए जाते हैं, ये किसान विरोधी कानून इनको वापस लेना पड़ेगा। और किसान आर पार के मूड में है। अब फ्री होगा गेहूं बो कभी 4 महीने फ्री है,
अप्रैल मार्च तक। ਸਰਕਾਰ ਕਹਿ ਰਹੀ ਹੈ 4 ਸੂਤਰੀ ਮੰਗਾਂ ਤੁਸੀਂ ਭੇਜੀਆਂ ਸੀਗੀਆਂ, ਉਸ ਦੇ ਵਿੱਚੋਂ 2 ਅਸੀਂ ਮੰਨਣ ਲਈ ਤਿਆਰ ਹਾਂ, 2 ਪੂਰੀ ਤਰ੍ਹਾਂ ਦੇ ਨਾਲ ਤੇ MSP ਦਾ ਲਿਖਤੀ ਭਰੋਸਾ। जो बैरिगेट है ना पहला 3 काले कानून, पहला उसको तोड़ो, आगे जो भी प्रणाली का है वो है, वे बाद में है कानून। पहला जो कानून ये बनाया, जो पहला मुद्दा है किसानों का, पहले उसको तोड़ो, उसके बाद बात करना। दूसरे पासे शुरू कर रही है कि ਜਿਹੜੇ ਬਾਅਦ ਵਿੱਚ ਵਾਲੇ ਨੇ ਉਹਨਾਂ ਨੂੰ ਪਹਿਲਾਂ ਲੈ ਕੇ ਆ ਰਹੇ ये मिठी गोली चूसने वाला नहीं है किसान। अब की बार इनको ये कानून वापिस लेके तभी बैरिगेट टूट कर आगे बढ़ेंगे तो काम चलेगा, नहीं सरकार ये चमकीली कोठी में बैठ कर यहाँ से फैसले ले किसानों के, वो नहीं चलेगा। ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾ ਹੱਲ ਨਹੀਂ ਹੈਗਾ, ਵਿੱਚ ਵਿਚਾਲੇ ਵਾਲਾ ਹੱਲ ਹੈ ਕੋਈ? 2 ਮੰਗਾਂ ਕਹਿੰਦੇ ਮੰਨ ਰਹੀ ਹੈ ਸਰਕਾਰ। ये सरकार पहले भी पॉइंट टू पॉइंट बात करो, ये बात करो, वो बात करो। अब की बार जो हमने, आप नीचे से स्टार्ट कर रहे हो ना, हमने जो 4 मांग रखी है, आप नीचे से स्टार्ट कर रहे हो। हमने ये बोला था आप पहली स्टेज हमारी ये जो 3 कानून बने हैं ये निरस्त करो। जब ये निरस्त कर दो उसके बाद में दूसरे पॉइंट पे आओ, MSP की गारंटी दो, खरीद की, MSP डिक्लेयर करने की नहीं। तीसरे पे है जो हमने बोला था कि आपने जो ये पुराली वाला पोल्यूशन वाला जो एक्ट पास कर दिया है उसको रिपील करो। रिपील करो मतलब उसमें संशोधन करो, किसान को उससे बाहर रखा जाए। वो तो मान रही है सरकार। उसमें है क्या, जो जिसके लिए हम दिल्ली आए हैं वो तो 2 चीज है हमारी, 3 काले कानून और MSP। उस पे तो चर्चा हो जाए। ये तो वही बात है कि हमें चाहिए रोटी, वो कह रहे हैं कढ़ाई पनीर ले लो जी, बिस्कुट ले लो जी, पनीर ले, वो है ਜਿਹੜੀ ਅਸਲ ਮੰਗ ਹੈ ਉਸ ਤੇ ਨਹੀਂ ਆ ਰਹੇ ਹੈਗੇ। आ जाएंगे, धीरे धीरे आ जाएंगे, टाइम लगेगा इनको। इनका क्या है कि पुराना बहुत रवैया इनका यही चल रहा है, पहले बुलाओ फिर बहकाओ फिर फिसलाओ और फिर इनको डिले करो। क्यों इन्होंने है जो अभी तक इनको पता नहीं है कि देश में, आपको पता होगा जब 1906 में भगत सिंह जी के चाचा जी ने, अजीत सिंह जी ने जब अंग्रेजों के खिलाफ लड़ा था, तब भी 9 महीने चला था और कितनी कुर्बानियां दी थी। अभी आज तक है जो 43-44 हमारे बच्चे हैं जो किसान भाई हैं जो वो शहीद हो चुके हैं। इनको आएगा समझ में, लेकिन जब आएगा जब इनका उजड़ चुका होगा। पहले ऐसे कांग्रेस भी करती थी, अब वो जा चुकी, 0 आ चुकी है। ऐसे इनको समझ में तो आएगा, लेकिन समय इनको ये लग रहा है कि तुम्हारे अनुकूल है। यहाँ पे IAS लोग भी बैठी है, कोई बड़े अधिकारी है, इनको गुमराह कर रहे हैं। और इनके विधायक सांसद भी इतने समझदार हैं, कोई कह रहा है 300 आदमी बैठे हैं वहाँ, कोई कह रहा है 500 आदमी बैठे हैं वहाँ। नहीं दे रहा हूँ। तो अब इनके पास IB की रिपोर्ट है कि 5 लाख से 6 लाख किसान दिल्ली के बॉर्डर पे हैं। और आने वाले समय में यदि आज बात नहीं बनती तो कल आपको हमने जो आज के लिए जो ट्रैक्टर की है जो यात्रा करानी थी KMP पे, वो हम कल कराएंगे। ठीक है ना जी। तो आप धीरे धीरे इनकी समझ में आ जाएगा। इनको तो ये लगता है तुमसे तो कोई बात नहीं कर सकता, किसी को देशद्रोही, किसी को ये क्या पता क्या क्या आरोप लगा देते। लेकिन अब इनको जो इनकी जो PhD हो रखे थे ना हिंदू मुस्लिम वाली, वो फैल हो चुकी है। इनको अब ये किसानों का मुद्दा है। और जो किसी ने इनको पहले भी बोल रखा है, एक धर्म पे और एक पेट पे कभी बात मत करना। लेकिन अब ये हमारे पेट पे बात कर रहे हैं, तो पेट के साथ साथ है जो हमारी ये जिंदगी और मौत का सवाल है। हमारे 43 शहीद हो चुके हैं, हमें कोई दिक्कत नहीं, हमें मरना भी पड़ेगा, मरेंगे, लेकिन हम काले कानूनों को खत्म करवा के जाएंगे जी। ਹਾਲੇ ਵੀ ਸਰਕਾਰ ਜਿਹੜੀ ਆ ਉਹ ਨਹੀਂ ਮੰਨ ਰਹੀ, ਪਰ ਕਿਸਾਨ ਜਥੇਬੰਦੀਆਂ ਦਾ ਸਾਫ਼ ਸਪਸ਼ਟ ਤੁਸੀਂ ਸੁਣ ਲਿਆ ਕਿ ਸਰਕਾਰ ਥੱਲੇ ਸ਼ੁਰੂ ਕਰ ਰਹੀ ਹੈ, ਪਰ ਅਸੀਂ ਉੱਪਰੋਂ ਸ਼ੁਰੂ ਕਰਵਾਉਣਾ ਚਾਹੁੰਦੇ ਹਾਂ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸਭ ਤੋਂ ਪਹਿਲੀ ਮੰਗ ਜਿਹੜੀ ਉਹੀ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਉਹ ਜਿਹੜੇ ਪਰਾਲੀ ਦੇ ਵਿੱਚੋਂ 1 ਕਰੋੜ ਦੇ ਜੁਰਮਾਨੇ ਦੇ ਵਿੱਚੋਂ 5 ਸਾਲ ਦੀ ਸਜ਼ਾ ਦੇ ਵਿੱਚੋਂ ਤੁਸੀਂ ਕੱਢਣਾ ਹੈ, ਉਹ ਬਾਅਦ ਦੀ ਗੱਲ ਹੈ। ਪਹਿਲਾਂ ਕਾਨੂੰਨ ਰੱਦ ਹੋਣਾ ਚਾਹੀਦਾ, ਪਰ ਸਰਕਾਰ ਹਾਲੇ ਇਸ ਤੇ ਨਹੀਂ ਆ ਰਹੀ। ਸੋ ਲਗਾਤਾਰ ਮੀਟਿੰਗ ਵਾਲੀ ਥਾਂ ਤੁਹਾਨੂੰ ਅਪਡੇਟ ਦੇ ਰਹੇ ਹਾਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮੀਟਿੰਗ ਲਗਾਤਾਰ ਜਾਰੀ ਹੈ ਵਿਗਿਆਨ ਭਵਨ ਦੇ ਵਿੱਚ। ਕੇਂਦਰ ਸਰਕਾਰ ਦੇ ਨਾਲ ਮੀਟਿੰਗ 2 ਵਜੇ ਸ਼ੁਰੂ ਹੁੰਦੀ ਹੈ ਤਾਂ 4.5 ਘੰਟੇ ਤੋਂ ਵੀ ਲੰਮਾ ਸਮਾਂ ਹੋ ਚੁੱਕਿਆ ਹੈ। ਮੀਟਿੰਗ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਕਰ ਰਹੇ ਨੇ ਤਾਂ ਜਿਹੜੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਹੋਈ ਹੈ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਮੰਗਾਂ ਵੀ ਜ਼ਰੂਰੀ ਨੇ, ਪਰ ਉਸ ਤੋਂ ਪਹਿਲਾਂ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਸ ਦੇ ਲਈ ਅਸੀਂ ਇੱਥੇ ਪਹੁੰਚੇ ਹਾਂ, ਜਿਸ ਦੇ ਲਈ ਇਹ ਪ੍ਰੋਟੈਸਟ ਹੋ ਰਿਹਾ ਹੈ। ਤਾਂ ਲੱਖਾਂ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਨੇ, ਪਰ ਸਰਕਾਰ ਹਾਲੇ ਖੇਤੀ ਕਾਨੂੰਨ ਰੱਦ ਕਰਨ ਵੱਲ ਨਹੀਂ ਜਾ ਰਹੀ। ਤਾਂ ਦੇਖਣਾ ਹੋਏਗਾ ਕਿ ਮੀਟਿੰਗ ਜਦੋਂ ਸਮਾਪਤ ਹੁੰਦੀ ਹੈ ਕਿ ਕੀ ਕੁਝ ਉਸ ਦੇ ਵਿੱਚੋਂ ਨਿਕਲਦਾ ਹੈ। ਪਰ ਲਗਾਤਾਰ ਤੁਹਾਨੂੰ ਅਪਡੇਟ ਇਸ ਤਰ੍ਹਾਂ ਤੋਂ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਦਾ ਐਕਟ ਲਿਆਂਦਾ ਜਾ ਰਿਹਾ ਸੀ, ਉਸ ਨੂੰ ਜ਼ਰੂਰ ਕਿਹਾ ਜਾ ਰਿਹਾ ਕਿ ਨਹੀਂ ਲਿਆਂਦਾ ਜਾਊਗਾ। ਇਸ ਤੋਂ ਬਿਨਾਂ ਜਿਹੜਾ ਪਰਾਲੀ ਸਾੜਨ ਵਾਲੇ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਕਿਹਾ ਇਹ ਜਾ ਰਿਹਾ ਹੈ ਕਿ ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਕਿਸਾਨਾਂ ਨੂੰ
ਕਿਹਾ ਗਿਆ ਸੀਗਾ ਕਿ ਜੇ ਪਰਾਲੀ ਸਾੜੇ ਤੇ ਹੋਵੇਗੀ ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ। ਇਹ ਦੋ ਗੱਲਾਂ ਜਿਹੜੀਆਂ ਸਰਕਾਰ ਮੰਨਣ ਲਈ ਤਿਆਰ ਹੋ ਗਈ ਹੈ, ਦੋ ਮੰਗਾਂ ਸਰਕਾਰ ਕਿਸਾਨਾਂ ਦੀਆਂ ਮੰਨਣ ਲਈ ਤਿਆਰ ਹੋ ਗਈ ਹੈ। ਪਰ ਜਿਹੜਾ 4 ਸੂਤਰੀ ਪ੍ਰੋਗਰਾਮ ਭੇਜਿਆ ਗਿਆ ਸੀ ਜਿਸ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣਾ ਪਹਿਲੀ ਮੰਗ ਸੀਗੀ, ਦੂਜੀ ਮੰਗ ਜਿਹੜੀ ਸੀਗੀ ਉਹ ਇਹੀ ਸੀਗੀ ਕਿ ਜਿਹੜਾ ਇਹ ਬਿਜਲੀ ਦਾ ਐਕਟ ਹੈ ਇਹ ਵਾਪਸ ਕੀਤਾ ਜਾਵੇ, ਅਤੇ ਤੀਜੀ ਮੰਗ ਸੀਗੀ ਕਿ ਕਿਸਾਨਾਂ ਨੂੰ ਜਿਹੜਾ ਪਰਾਲੀ ਸਾੜੇ ਤੋਂ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਉਸ ਤੋਂ ਬਾਹਰ ਕੀਤਾ ਜਾਵੇ। ਇੱਕ ਚੌਥੀ ਮੰਗ ਸੀਗੀ ਕਿ ਜਿਹੜੀ ਕਾਨੂੰਨ ਹੈ MSP ਦਾ ਉਹ ਬਣਾਇਆ ਜਾਵੇ ਕਿ MSP ਜਿੰਨੀਆਂ 23 ਜਿਣਸਾਂ ਤੇ ਮਿਲਦੀ ਹੈ ਤਾਂ ਸਾਰੀਆਂ ਜਿਣਸਾਂ ਤੇ ਮਿਲੇ। ਪਰ ਇਸ ਵੇਲੇ ਦਾ ਵੱਡਾ ਅਪਡੇਟ ਇਹੀ ਹੈ ਕਿ 4 ਦੇ ਵਿੱਚੋਂ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ ਸਰਕਾਰ, ਪਰ MSP ਦਾ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਹੋ ਰਹੀ, ਲਿਖਤੀ ਭਰੋਸਾ ਦੇ ਰਹੀ ਹੈ ਜਾਂ ਖੇਤੀ ਕਾਨੂੰਨ ਰੱਦ ਵੀ ਨਹੀਂ ਕਰ ਰਹੀ, ਸਿਰਫ ਉਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਲਗਾਤਾਰ ਮੀਟਿੰਗ ਜਿਹੜੀ ਆ ਉਹ ਵਿਗਿਆਨ ਭਵਨ ਦੇ ਵਿੱਚ ਜਾਰੀ ਹੈ। ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਦੀਆਂ ਦਿਖਾ ਰਹੇ ਹਾਂ ਕਿ 2 ਵਜੇ ਇਹ ਮੀਟਿੰਗ ਸ਼ੁਰੂ ਹੋਈ ਤਾਂ ਲਗਾਤਾਰ ਮੀਟਿੰਗ ਜਿਹੜੀ ਹੈ ਉਹ ਕਰੀਬ 4 ਘੰਟੇ ਤੋਂ ਵੀ 4.5 ਘੰਟੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ। ਵਿਗਿਆਨ ਭਵਨ ਦੇ ਵਿੱਚ ਮੀਟਿੰਗ ਲਗਾਤਾਰ ਜਾਰੀ ਹੈ ਤੇ ਇੰਤਜ਼ਾਰ ਜਿਹੜਾ ਇਸੇ ਗੱਲ ਦਾ ਕੀਤਾ ਜਾ ਰਿਹਾ ਕਿ ਕਦੋਂ ਕਿਸਾਨ ਜਥੇਬੰਦੀਆਂ ਬਾਹਰ ਆਉਂਦੀਆਂ ਨੇ ਤੇ ਕਦੋਂ ਜਿਹੜਾ ਵੱਡਾ ਅਪਡੇਟ ਹੈ ਉਹ ਦੱਸਦੀਆਂ ਨੇ। ਪਰ ਹੁਣ ਤੱਕ ਜੋ ਸੂਤਰਾਂ ਦੇ ਮੁਤਾਬਕ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਇਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਕਿਸਾਨਾਂ ਦੀਆਂ ਤਿਆਰ ਹੋ ਗਈ ਹੈ। MSP ਦਾ ਜਿਹੜਾ ਲਿਖਤੀ ਤੌਰ ਤੇ ਭਰੋਸਾ ਉਹ ਦੇਣ ਲਈ ਤਿਆਰ ਹੋ ਗਈ ਹੈ, ਪਰ ਹਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਹਾਲਾਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਜ਼ਰੂਰ ਆਇਆ ਸੀਗਾ ਕਿ ਜਿਸ ਢੰਗ ਦੇ ਨਾਲ ਇਸ ਸਾਲ ਦੇ ਵਿੱਚ ਇਸ ਮਸਲੇ ਦਾ ਹੱਲ ਕਰ ਲਿਆ ਜਾਊਗਾ। ਸੋ ਲਗਾਤਾਰ ਜਿਹੜੀ ਸਰਕਾਰ ਹੈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇੱਕ ਵਾਰ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਵਿਗਿਆਨ ਭਵਨ ਤੋਂ ਦਿਖਾਉਂਦੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ। ਠੰਡ ਦੇ ਬਾਵਜੂਦ ਜਿਹੜਾ ਮੀਡੀਆ ਹੈ ਉਹ ਇੱਥੇ ਮੌਜੂਦ ਹੈ, ਸਿਕਿਉਰਿਟੀ ਫੋਰਸਿਸ ਉਹ ਇੱਥੇ ਮੌਜੂਦ ਨੇ। ਲਗਾਤਾਰ ਅਪਡੇਟ ਜਿਹੜਾ ਇਸ ਥਾਂ ਤੋਂ ਪਹੁੰਚਾਇਆ ਜਾ ਰਿਹਾ ਹੈ ਦੇਸ਼ ਦੁਨੀਆ ਤੱਕ, ਕਿਉਂਕਿ ਸਭ ਦੀਆਂ ਨਜ਼ਰਾਂ ਇਸ ਅੱਜ ਦੇ ਦਿਨ ਤੇ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲੂਗਾ। ਕਿਉਂਕਿ 8 ਦਸੰਬਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਇਹ ਮੀਟਿੰਗ ਜਿਹੜੀ ਹੈ ਦੁਬਾਰਾ ਤੋਂ ਹੋ ਰਹੀ ਹੈ ਤੇ ਦੁਬਾਰਾ ਤੋਂ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚੋਂ ਕੀ ਕੁਝ ਨਿਕਲੇਗਾ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇੰਤਜ਼ਾਰ ਇਹੀ ਕੀਤਾ ਜਾ ਰਿਹਾ ਹੈ ਕਿ ਕਦੋਂ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਆਉਣ ਤੇ ਕਦੋਂ ਇਹ ਵੱਡਾ ਅਪਡੇਟ ਮਿਲੇ ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਪਰ ਹਾਲੇ ਤੱਕ ਜਿਹੜੀ ਅੰਦਰੋਂ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਸਿਰਫ 2 ਮੰਗਾਂ ਮੰਨਣ ਲਈ ਸਰਕਾਰ ਤਿਆਰ ਜ਼ਰੂਰ ਹੋ ਚੁੱਕੀ ਹੈ ਕਿ 2 ਮੰਗਾਂ ਸਰਕਾਰ ਮੰਨ ਰਹੀ ਹੈ, ਜਿਸ ਦੇ ਵਿੱਚ ਬਿਜਲੀ ਦਾ ਕਾਨੂੰਨ ਵਾਪਸ ਲੈਣ ਦੀ ਗੱਲ ਹੈ ਜਾਂ ਦੂਸਰੀ ਗੱਲ ਜਿਹੜੀ ਹੈ ਪਰਾਲੀ ਵਾਲੇ ਮਸਲੇ ਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਵਾਲੇ ਕਾਨੂੰਨ ਦੇ ਵਿੱਚੋਂ ਬਾਹਰ ਰੱਖਿਆ ਜਾਊਗਾ। ਕਿ ਪ੍ਰਦੂਸ਼ਣ ਦੀ ਗੱਲ ਜਿਹੜੀ ਹੁੰਦੀ ਹੈ ਕਿ ਜੇ ਪ੍ਰਦੂਸ਼ਣ ਹੁੰਦਾ ਏ ਪਰਾਲੀ ਸਾੜੇ ਤੋਂ ਤਾਂ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਕੀਤੀ ਗਈ ਸੀਗੀ, ਜਿਸ ਨੂੰ ਵਾਪਸ ਲੈਣ ਲਈ ਸਰਕਾਰ ਤਿਆਰ ਹੋ ਗਈ ਹੈ। ਖੇਤੀ ਕਾਨੂੰਨ ਜਿਹੜੇ MSP ਦੇ ਕਾਨੂੰਨ ਨੇ ਉਹਨਾਂ ਦੇ ਵੱਲ ਨਹੀਂ ਜਾ ਰਹੀ ਸਰਕਾਰ, ਸਿਰਫ MSP ਦਾ ਲਿਖਤੀ ਭਰੋਸਾ ਦੇ ਰਹੀ ਹੈ। ਤਾਂ ਇਹ ਵੱਡਾ ਅਪਡੇਟ ਜਿਹੜਾ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਇਆ ਹੈ। 4.5 ਘੰਟੇ ਹੁਣ ਤੱਕ ਮੀਟਿੰਗ ਚੱਲ ਚੁੱਕੀ ਹੈ। ਰੋਟੀ ਅਤੇ ਟੀ ਬ੍ਰੇਕ ਤੋਂ ਬਾਅਦ ਲਗਾਤਾਰ ਮੀਟਿੰਗ ਦੁਬਾਰਾ ਤੋਂ ਸ਼ੁਰੂ ਹੁੰਦੀ ਹੈ ਤਾਂ ਇਹ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ। ਵਿਗਿਆਨ ਭਵਨ ਦੇ ਬਾਹਰ ਅਸੀਂ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਕੈਮਰਾਮੈਨ ਦਰਸ਼ਨ ਦਰਸ਼ੀ ਪਹੁੰਚਾ ਰਹੇ ਨੇ ਕਿ ਕਿਵੇਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਲਗਾਤਾਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ, ਸੋਮ ਪ੍ਰਕਾਸ਼ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ। ਤਾਂ ਇਸ ਵੇਲੇ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੰਦਰ ਤੋਂ ਜਿਹੜੀ ਖਬਰ ਇਹ ਆ ਰਹੀ ਹੈ ਕਿ ਸਰਕਾਰ 2 ਮੰਗਾਂ ਮੰਨਣ ਲਈ ਤਿਆਰ ਹੋ ਗਈ ਹੈ, ਜਿਸ ਦੇ ਵਿੱਚ ਬਿਜਲੀ ਦਾ ਐਕਟ ਵਾਪਸ ਲੈਣ ਦੀ ਗੱਲ ਹੈ ਜਾਂ ਜਿਹੜਾ ਪਰਾਲੀ ਦਾ ਸਾੜੇ ਤੋਂ 1 ਕਰੋੜ ਦਾ ਜੁਰਮਾਨਾ ਜਾਂ 5 ਸਾਲ ਦੀ ਸਜ਼ਾ ਹੋਣ ਦੀ ਗੱਲ ਸੀਗੀ, ਉਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਕਿ ਇੱਥੇ ਤੱਕ ਸਰਕਾਰ ਜਿਹੜੀ ਗੱਲ ਕਹਿ ਰਹੀ ਹੈ ਕਿਸਾਨ ਮੰਨ ਜਾਣਗੇ? सरकार के बहकावे में किसान आने वाला नहीं है। ये चमकीली कोठियों में बैठकर जो फैसले लिए जाते हैं, ये किसान विरोधी कानून, इनको वापस लेना पड़ेगा। और किसान आर पार के मूड में है। अब फ्री होगा गेहूं बो कभी 4 महीने फ्री है, अप्रैल मार्च तक। ਸਰਕਾਰ ਕਹਿ ਰਹੀ ਹੈ 4 ਸੂਤਰੀ ਮੰਗਾਂ ਤੁਸੀਂ ਭੇਜੀਆਂ ਸੀਗੀਆਂ, ਉਸ ਦੇ ਵਿੱਚੋਂ 2 ਅਸੀਂ ਮੰਨਣ ਲਈ ਤਿਆਰ ਹਾਂ, 2 ਪੂਰੀ ਤਰ੍ਹਾਂ ਦੇ ਨਾਲ ਤੇ MSP ਦਾ ਲਿਖਤੀ ਭਰੋਸਾ। जो बैरिकेड है ना, पहला 3 काले कानून, पहला उसको तोड़ो। आगे जो भी पराली का है वो है, वो बाद में है कानून। पहला जो कानून ये बनाया, जो पहला मुद्दा है किसानों का, पहले उसको तोड़ो, उसके बाद बात करना। दूसरे पासे शुरू कर रही है कि ਜਿਹੜੇ ਬਾਅਦ ਵਿੱਚ ਵਾਲੇ ਨੇ ਉਹਨਾਂ ਨੂੰ ਪਹਿਲਾਂ ਲੈ ਕੇ ਆ ਰਹੇ। ये मिठी गोली चूसने वाला नहीं है किसान। अब की बार इनको ये कानून वापिस लेके तभी बैरिकेड टूट कर आगे बढ़ेंगे तो काम चलेगा। नहीं सरकार ये चमकीली कोठी में बैठ कर यहाँ से फैसले ले किसानों के, वो नहीं चलेगा। ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾ ਹੱਲ ਨਹੀਂ ਹੈਗਾ, ਵਿੱਚ ਵਿਚਾਲੇ ਵਾਲਾ ਹੱਲ ਹੈ ਕੋਈ? 2 ਮੰਗਾਂ ਕਹਿੰਦੇ ਮੰਨ ਰਹੀ ਹੈ ਸਰਕਾਰ। ये सरकार पहले भी
पॉइंट टू पॉइंट बात करो, ये बात करो, वो बात करो। अब की बार जो हमने, आप नीचे से स्टार्ट कर रहे हो ना, हमने जो 4 मांग रखी है, आप नीचे से स्टार्ट कर रहे हो। हमने ये बोला था आप पहले स्टेज हमारी एमएस, ये जो 3 कानून बने हैं ये निरस्त करो। जब ये निरस्त कर दो उसके बाद में दूसरे पॉइंट पे आओ, एमएसपी की गारंटी दो, खरीद की, एमएसपी डिक्लेयर करने के नहीं। तीसरे पे है जो हमने बोला था कि आपने जो ये पराली वाला, पोल्यूशन वाला जो एक्ट पास कर दिया है उसको रिपील करो। रिपील करो मतलब उसमें संशोधन करो, किसान को उससे बाहर रखा जाए। वो तो मान रही है सरकार। उसमें है क्या, जो जिसके लिए हम दिल्ली आए हैं वो तो 2 चीज है हमारी, 3 काले कानून और एमएसपी, उस पे तो चर्चा हो जाए। ये तो वही बात है कि हमें चाहिए रोटी, वो कह रहे हैं कढ़ाई पनीर ले लो जी,